HMV ਦਾ ਸਟੂਡੀਓ ਉੱਥੇ ਜਾ ਕੇ ਸਾਰੇ ਕਲਾਕਾਰ ਰਿਕਾਰਡ ਹੁੰਦੇ ਆ। ਤਾਂ ਉਹਨਾਂ ਦਿਨਾਂ ਦੇ ਵਿੱਚ ਚਰਨਜੀਤ ਅਹੂਜਾ ਸਾਹਿਬ ਦਾ ਬਹੁਤ ਨਾਂ ਸੀ। ਜਰਨੈਲ ਕੁਮਾਰ ਸਾਹਿਬ ਦੀ ਗੱਲ ਕਰੀਏ ਤਾਂ ਇੱਕ ਐਸਾ ਨਾਮ ਆ ਜਿਨ੍ਹਾਂ ਦੇ ਵਿੱਚ ਕੰਮ ਕਰਨ ਦਾ ਜਨੂਨ ਹੈ। ਜਨੂਨ, ਪਾਗਲਪਨ ਦੀ ਹੱਦ ਤੱਕ ਜਨੂਨ ਆ ਕੋਈ ਵੀ ਕੰਮ ਨੂੰ ਸਿਰੇ ਕਰਨ ਦੇ ਵਿੱਚ। ਟੀ ਸੀਰੀਜ਼ ਵਰਗੀ ਕੰਪਨੀ ਇਹ ਕਹਿੰਦੀ ਸੁਣੀ ਹੈ ਮੈਂ ਵੀ CMC ਦੇ ਵਿੱਚ ਕੋਈ ਗੀਤ ਜਾਂ कोई कैसेट तो रिलीज तो नहीं हो रही, अगर रिलीज हो रही है तो हमारी कैसेट को रोक लो। ਅਖੀਰ ਸਾਹਮਣੇ ਮੌਤ ਦੇਖਣ ਲੱਗ ਗਈ। ਜਰਨੈਲ ਕੁਮਾਰ ਸਾਹਿਬ ਸਿਰਫ ਮੇਰੇ ਹੀ ਨਹੀਂ, ਹੋਰ ਵੀ ਜਿਹੜੇ ਅਨੇਕਾਂ ਕਲਾਕਾਰ, ਮੈਂ ਤਾਂ ਕਹੂੰਗਾ ਸੈਂਕੜੇ ਕਲਾਕਾਰ ਐਸੇ ਨੇ। ਘੁਮਾਣ ਨੂੰ ਖੁਦ ਉੱਪਰ ਇੰਨਾ ਯਕੀਨ ਰਿਹਾ ਕਿ ਉਸਨੇ ਕੰਪਨੀ ਚਲਾਉਣ ਵਾਸਤੇ ਕਿਸ਼ਤਾਂ ਤੇ ਲਿਆ ਹੋਇਆ ਟਰੈਕਟਰ ਹੀ ਵੇਚ ਕੱਢ ਮਾਰਿਆ। ਇੱਕ ਬਹੁਤ ਵੱਡੇ ਪ੍ਰੋਡਿਊਸਰ ਹੋ ਸਕਦੇ ਨੇ, ਬਹੁਤ ਵੱਡੇ ਪੇਸ਼ਕਾਰ ਹੋ ਸਕਦੇ ਨੇ, ਪਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈਗੀ ਇੱਕ ਬਹੁਤ ਵੱਡੇ ਇਨਸਾਨ ਹੋਣਾ, ਇਹ ਬਹੁਤ ਵੱਡੀ ਗੱਲ ਹੈ ਜੀ। ਹੁਣ ਜੇ ਅੱਜ ਉਹ ਗੱਲ ਨੂੰ ਸੋਚੀਏ ਕਿੰਨਾ ਫਰਕ ਸੀਗਾ ਜ਼ਿੰਦਗੀ ਤੇ ਮੌਤ 'ਚ। ਜਰਨੈਲ ਘੁਮਾਣ ਬਣਨਾ, CMC ਬਣਨੀ ਤਾਂ ਬਹੁਤ ਬਾਅਦ ਦੀਆਂ ਗੱਲਾਂ, ਤੇ ਉੱਥੇ ਤਾਂ ਕਦੇ ਵੀ ਹੱਥ ਛੁੱਟ ਸਕਦਾ ਸੀਗਾ। ਮੈਂ ਤਾਂ ਇਹ ਕਹੂੰਗਾ ਕਿ ਉਹ ਇੱਕ ਚਲਦੀ ਫਿਰਦੀ ਸੰਸਥਾ। ਕੋਈ ਉਸਨੂੰ ਕੈਸਟ ਸੰਗਤ ਦਾ ਬਾਦਸ਼ਾਹ, ਕੋਈ ਉਹਨੂੰ ਪੰਜਾਬ ਦਾ ਗੁਲਸ਼ਨ ਕੁਮਾਰ। ਪਰ ਅਮਰੀਕਾ ਮੇਰੇ ਪਹੁੰਚਣ ਦਾ ਸਬਬ ਜਿਹੜਾ ਬਣਿਆ ਤੇ ਮੇਰੇ ਪੇਪਰਾਂ ਦੇ ਵਿੱਚੋਂ ਕੁਲਫੀ ਗਰਮਾ ਗਰਮ ਦਾ ਰੈਪਰ ਜਿਹੜਾ ਸੀਗਾ ਪਹਿਲਾਂ, ਉਹ ਵੀ ਲੱਗਿਆ। ਸਰਦਾਰਨੀ ਨੇ ਮਹਿੰਗਾ ਸੂਟ ਮੇਰੇ ਖਿਆਲ ਅੱਜ ਤੱਕ ਵੀ ਨਹੀਂ ਪਾਇਆ। ਮਤਲਬ ਸਰਦਾਰਨੀ ਦਾ ਸਬਰ ਐਡਾ ਵੱਡਾ ਹੈ। ना मैं ज्ञानी ना मैं ध्यानी ना मैं बहुत सियाना, ना मैं ज्ञानी ना मैं ध्यानी ना मैं बहुत सियाना। जदों मैं पिंडों तुरिया लोको मैं सा बहुत न्याणा। जदों मैं पिंडों तुरिया लोको मैं सा बहुत न्याणा। ना मैं ज्ञानी मत हाँ फिर लोकां नू मैं की देवा मत्तां। माली उतर जे जा तंद टुट जे जदों चरखड़ा कत्तां। माली उतर जे जा तंद टुट जे जदों चरखड़ा कत्तां। गुंजलदार गलोटे जिंदगी उलझे ताना बाना। जदों मैं पिंडों तुरिया लोको मैं सा बहुत न्याणा। ना मैं ज्ञानी ना मैं ध्यानी ना मैं बहुत सियाणा। जदों मैं पिंडों तुरिया लोको मैं सा बहुत न्याणा। ना मैं ज्ञानी। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਜਗਤਾਰ ਸਿੰਘ ਜੱਗੀ। ਮੈਂ ਅੱਜ ਇਹ ਖਾਸ ਤੌਰ ਤੇ ਸਾਡੇ ਜਿੰਨੇ ਵੀ ਪੰਜਾਬੀ ਬੈਠੇ ਨੇ ਪੂਰੀ ਦੁਨੀਆ 'ਚ ਉਹਨਾਂ ਨਾਲ ਗੱਲਬਾਤ ਸਾਂਝੀ ਕਰਨੀ ਚਾਹੁੰਦਾ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਨਾਮ ਹੈ ਜਿਨ੍ਹਾਂ ਨੇ ਨਵੀਆਂ ਲੀਹਾਂ ਪਾਈਆਂ ਮਿਊਜ਼ਿਕ ਇੰਡਸਟਰੀ ਦੇ ਵਿੱਚ, ਸੰਗੀਤ ਦੇ ਵਿੱਚ। ਉਹ ਨਾਮ ਹੈ ਜਰਨੈਲ ਕੁਮਾਰ ਸਾਹਿਬ। ਜਰਨੈਲ ਕੁਮਾਰ ਸਾਹਿਬ ਸਿਰਫ ਮੇਰੇ ਹੀ ਨਹੀਂ, ਹੋਰ ਵੀ ਜਿਹੜੇ ਅਨੇਕਾਂ ਕਲਾਕਾਰ, ਮੈਂ ਤਾਂ ਕਹੂੰਗਾ ਸੈਂਕੜੇ ਕਲਾਕਾਰ ਐਸੇ ਨੇ ਜਿਨ੍ਹਾਂ ਨੂੰ ਉਹ ਇਸ ਲਾਈਨ ਦੇ ਵਿੱਚ ਲਿਆਏ ਨੇ। ਉਸ ਤੋਂ ਬਾਅਦ ਸੁਪਰ ਡੁਪਰ ਹਿੱਟ ਵੀ ਹੋਏ ਨੇ। ਉਸ ਤੋਂ ਬਾਅਦ ਚੰਗੀ ਰੋਜੀ ਰੋਟੀ ਤੇ ਵੀ ਲੱਗੇ ਨੇ, ਤੇ ਉਸ ਤੋਂ ਬਾਅਦ ਚੰਗੇ ਘਰ ਤੇ ਚੰਗੇ ਐਸ਼ੋ ਆਰਾਮ ਵੀ ਬਹੁਤ ਸਾਰੇ ਕਲਾਕਾਰਾਂ ਨੇ ਕੀਤੇ ਨੇ। ਜਰਨੈਲ ਕੁਮਾਰ ਸਾਹਿਬ ਦੀ ਗੱਲ ਕਰੀਏ ਤਾਂ ਇੱਕ ਐਸਾ ਨਾਮ ਆ ਜਿਨ੍ਹਾਂ ਦੇ ਵਿੱਚ ਕੰਮ ਕਰਨ ਦਾ ਜਨੂਨ ਹੈ। ਜਨੂਨ, ਪਾਗਲਪਨ ਦੀ ਹੱਦ ਤੱਕ ਜਨੂਨ ਆ ਕੋਈ ਵੀ ਕੰਮ ਨੂੰ ਸਿਰੇ ਕਰਨ ਦੇ ਵਿੱਚ। CMC ਕੈਸਟ ਜਿਹੜੀ ਪਹਿਲਾਂ ਆਈ ਸੀ, ਕੈਸਟਾਂ ਆਉਂਦੀਆਂ ਸੀ ਸਾਡੀਆਂ, ਭਗਵੰਤ ਮਾਨ ਸਾਹਿਬ ਨੇ ਮੇਰੀ ਕੁਲਫੀ ਗਰਮਾ ਗਰਮ ਜਦੋਂ ਆਈ ਹੈ, ਉਦੋਂ ਬਾਅਦ ਬੜਾ ਲੰਬਾ ਸਮਾਂ ਤੇ ਹੁਣ ਤੱਕ ਲਗਭਗ ਗੱਲ ਕਰੀਏ 30 ਸਾਲ ਹੋ ਗਏ ਨੇ। 1992 ਦੇ ਵਿੱਚ ਕੈਸਟ ਆਈ ਸੀ ਤੇ 30 ਸਾਲ ਦਾ ਸਫ਼ਰ ਜਰਨੈਲ ਕੁਮਾਰ ਸਾਹਿਬ ਨਾਲ ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ ਸਾਡਾ ਵਿਚਰਦਾ ਹੈ। ਪਰਿਵਾਰਕ ਮੈਂਬਰ ਵੀ ਆ,
ਸਮੇਂ-ਸਮੇਂ ਤੇ ਹਰ ਤਰ੍ਹਾਂ ਦੀ ਸਲਾਹ ਜਿਹੜੀ ਹੈ ਉਹ ਉਹਨਾਂ ਕੋਲ ਲਈਦੀ ਹੈ। ਇੱਕ ਬਹੁਤ ਵੱਡੇ ਪ੍ਰੋਡਿਊਸਰ ਹੋ ਸਕਦੇ ਨੇ, ਬਹੁਤ ਵੱਡੇ ਪੇਸ਼ਕਾਰ ਹੋ ਸਕਦੇ ਨੇ, ਪਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈਗੀ ਇੱਕ ਬਹੁਤ ਵੱਡੇ ਇਨਸਾਨ ਹੋਣਾ, ਇਹ ਬਹੁਤ ਵੱਡੀ ਗੱਲ ਹੈ ਜੀ। ਕਿਉਂਕਿ ਜਰਨੈਲ ਮਾਨ ਸਾਹਿਬ ਦੀ ਜਿਹੜੀ ਗੱਲ ਕਰੀਏ, ਜਿੱਥੇ ਤੱਕ ਮੈਨੂੰ ਯਾਦ ਹੈ, ਕਈ ਵਾਰੀ ਪੈਸੇ ਤੇ ਲਈ ਲੋੜ ਪੈ ਜਾਣੀ ਤੇ ਉਹਨਾਂ ਦੀ ਜੇਬ ਵਿੱਚ ਚਾਹੇ ਕੱਖ ਵੀ ਨਹੀਂ ਹੁੰਦਾ ਸੀ, ਜਿੱਥੋਂ ਤੱਕ ਵੀ ਹੁੰਦਾ ਸੀਗਾ ਤਾਂ ਕਿਤੇ ਨਾ ਕਿਤੋਂ ਭਾਵੇਂ ਅਰੇਂਜ ਕਰਕੇ ਹਰ ਇੱਕ ਦੀ ਹੈਲਪ ਕਰਦੇ ਸੀ। ਇਹ ਉਹਨਾਂ ਦਾ ਚੰਗਾ ਪੱਖ ਆ। ਮੈਂ ਤਾਂ ਇਹੋ ਕਹੂੰਗਾ ਕਿ ਉਹ ਇੱਕ ਚਲਦੀ ਫਿਰਦੀ ਸੰਸਥਾ, ਜਿਸ ਸੰਸਥਾ ਦੇ ਵਿੱਚ ਬਹੁਤ ਕੁਝ ਹੈਗਾ। ਹੁਣ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਬਹੁਤ ਸਾਰਾ ਕੰਮ ਕਰਿਆ, ਫਿਲਮਾਂ ਦੇ ਵਿੱਚ ਬਣਾਈਆਂ ਨੇ ਫਿਲਮਾਂ, ਪੇਸ਼ਕਾਰ ਕੀਤੀਆਂ ਨੇ ਫਿਲਮਾਂ, ਤੇ ਨਾਲ ਉਹਨਾਂ ਦੀ ਜਿਹੜੀ ਹੁਣ ਡਿਜੀਟਲ ਬੁੱਕ ਜਿਹਦਾ ਅੱਜ ਕੱਲ੍ਹ ਜ਼ਮਾਨਾ ਹੈ, 35 ਸਾਲ ਹੋ ਗਏ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਆਇਆ ਨੂੰ, ਤੇ ਲਗਭਗ ਮੇਰੇ ਤੋਂ 5 ਸਾਲ ਪਹਿਲਾਂ ਕਹਿ ਲਓ, ਤੇ 35 ਸਾਲ ਹੋਏ ਨੇ। ਤੇ 35 ਕਿਸ਼ਤਾਂ ਦੇ ਵਿੱਚ ਜਦੋਂ ਮੈਂ ਪਿੰਡੋਂ ਤੁਰਿਆ, ਉਹ ਐਪੀਸੋਡ ਜਿਹੜੇ ਨੇ ਉਹ ਚੱਲ ਰਹੇ ਨੇ, ਸਾਡੇ ਦਰਸ਼ਕ ਦੇਖ ਰਹੇ ਨੇ ਤੇ ਬਹੁਤ ਪਸੰਦ ਕਰ ਰਹੇ ਨੇ। ਜਦੋਂ ਮੈਂ ਪਿੰਡੋਂ ਤੁਰਿਆ, ਸਾਨੂੰ ਘੁਮਾਣ ਸਾਹਿਬ ਨੇ ਬਹੁਤ ਵਾਰੀ ਗੱਲਾਂ ਹੋਈਆਂ, ਭਗਵੰਤ ਮਾਨ ਸਾਹਿਬ, ਸਾਰਾ ਕਰਮਜੀਤ ਅਨਮੋਲ ਵੀ ਇਕੱਠੇ ਬੈਠਦੇ ਸੀ, ਸਾਰੇ ਆਪਣੀ ਜੀਵਨੀ ਉਹ ਦੱਸਦੇ ਹੁੰਦੇ ਸੀ ਵੀ ਜਦੋਂ ਪਿੰਡੋਂ ਤੁਰੇ ਤੇ ਕਿਵੇਂ ਤੁਰੇ ਨੇ, ਤੇ ਕਿਵੇਂ ਜਰਨੈਲ ਘੁਮਾਣ ਸਾਹਿਬ ਦਾ ਸਫ਼ਰ ਜਿਹੜਾ ਇੱਕ ਇਲੈਕਟ੍ਰੀਸ਼ੀਅਨ ਤੋਂ ਲੈ ਕੇ ਇੱਕ ਸਫਲ ਪ੍ਰੋਡਿਊਸਰ ਤੇ ਸਫਲ ਪੇਸ਼ਕਾਰ ਦੇ ਤੌਰ ਤੇ ਹੋ ਨਿਬੜਿਆ। ਇਹ ਤੁਸੀਂ ਦੇਖ ਰਹੇ ਹੋ ਜਦੋਂ ਮੈਂ ਪਿੰਡੋਂ ਤੁਰਿਆ, ਡਿਜੀਟਲ ਬੁੱਕ ਜਿਹੜੀ ਹੈਗੀ ਹੈ, ਡਿਜੀਟਲ ਐਪੀਸੋਡ ਜਿਹੜੇ ਨੇ ਉਹਨਾਂ ਦੇ ਵਿੱਚ ਦੇਖ ਰਹੇ ਹੋ। ਸੋ ਮੈਂ ਬਹੁਤ ਬਹੁਤ ਸ਼ੁਕਰ ਕਰਦਾ ਜੀ ਪਹਿਲਾਂ ਪਰਮਾਤਮਾ ਦਾ, ਤੇ ਜਿਨ੍ਹਾਂ ਨੇ ਮੈਨੂੰ ਜਰਨੈਲ ਘੁਮਾਣ ਸਾਹਿਬ ਨੂੰ ਮਿਲਾਇਆ, ਤੇ ਉਸ ਤੋਂ ਬਾਅਦ ਜਰਨੈਲ ਘੁਮਾਣ ਸਾਹਿਬ ਦਾ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਅਮਰੀਕਾ ਦੇ ਵਿੱਚ ਬੈਠਾ ਜੀ। ਅਮਰੀਕਾ ਦੇ ਵਿੱਚ ਕੰਮਕਾਰ ਸੈੱਟ ਹੈ, ਬਹੁਤ ਵਧੀਆ ਕੰਮਕਾਰ ਹੈਗਾ, ਪਰ ਅਮਰੀਕਾ ਮੇਰੇ ਪਹੁੰਚਣ ਦਾ ਸਬੱਬ ਜਿਹੜਾ ਬਣਿਆ, ਤੇ ਮੇਰੇ ਪੇਪਰਾਂ ਦੇ ਵਿੱਚੋਂ ਕੁਲਫੀ ਗਰਮਾ ਗਰਮ ਦਾ ਰੈਪਰ ਜਿਹੜਾ ਸੀਗਾ ਪਹਿਲਾਂ, ਉਹ ਵੀ ਲੱਗਿਆ। ਬੇਸ ਜਿਹੜਾ ਅਮਰੀਕਾ ਆਉਣ ਦਾ ਉਹੀ ਬਣਿਆ ਮੇਰਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਘੁਮਾਣ ਸਾਹਿਬ ਦਾ ਵੀ, ਭਗਵੰਤ ਮਾਨ ਸਾਹਿਬ ਦਾ ਵੀ। ਬੜਾ ਲੰਬਾ ਸਮਾਂ ਇਕੱਠੇ ਵਿੱਚ ਰਹੇ ਤੇ ਬਹੁਤ ਪਰਿਵਾਰ ਵਾਂਗੂ ਹੀ ਰਹੇ ਆ, ਤੇ ਹੁਣ ਵੀ ਰਹਿ ਰਹੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜ਼ਿੰਦਗੀ ਸੰਘਰਸ਼ ਦਾ ਨਾਂ ਹੈ, ਤੇ ਸੰਘਰਸ਼ ਦੇ ਵਾਸਤੇ ਪਾਪੜ ਵੇਲਣੇ ਪੈਂਦੇ ਆ। ਪਤਾ ਨਹੀਂ ਕਿਹੜੇ ਬੰਦੇ ਨੇ ਇਹ ਘਾੜਤ ਘੜੀ ਹੋਊ ਕਿ ਪਾਪੜ ਵੇਲੇ ਜਾਂ ਪਾਪੜ ਵੇਲਣੇ। ਵੱਖਰੀ ਗੱਲ ਹੈ ਕਿ ਪਾਪੜ ਵੇਲ ਕੇ ਵੀ ਗੁਜ਼ਾਰਾ ਹੋ ਜਾਂਦਾ ਹੈ, ਤੇ ਇਹ ਵੀ ਹੈ ਕਿ ਕਈ ਗੁਜ਼ਾਰਾ ਕਰਨ ਦੇ ਚੱਕਰ 'ਚ ਵੀ ਪਾਪੜ ਵੇਲੀ ਜਾਂਦੇ ਆ। ਜੇਲ੍ਹ ਦੇ ਵਿੱਚ ਬੈਠੇ ਕੁਝ ਲੋਕਾਂ ਨੂੰ ਪਾਪੜ ਵੇਲਣੇ ਪੈਂਦੇ ਆ। ਤੇ ਜਰਨੈਲ ਘੁਮਾਣ ਹੋਰਾਂ ਨੇ ਜ਼ਿੰਦਗੀ ਦੇ ਵਿੱਚ ਇੱਕ ਗੀਤਕਾਰ ਦੇ ਵਜੋਂ ਸਥਾਪਿਤ ਹੋਣ ਦੇ ਵਾਸਤੇ ਕੀ ਪੱਪੜ ਵੇਲੇ ਉਹ ਸੁਣਦੇ ਹਾਂ। ਘੁਮਾਣ ਸਾਹਿਬ, ਉਹ ਗੁਰਦਾਸ ਮਾਨ ਹੋਰਾਂ ਦਾ ਵੀ ਗੀਤ ਹੈ ਕਿ ਅਸੀਂ ਕਦੇ ਚੋਰ ਬਣੇ ਕਦੇ ਚੇਲੇ, ਕਿ ਸੱਜਣਾ ਤੇਰੇ ਲਈ ਦੱਸ ਕੀ ਪਾਪੜ ਵੇਲੇ। ਪਾਪੜ ਸ਼ਬਦ ਛੋਟਾ ਹੈ, ਪਤਾ ਨਹੀਂ ਕੀ ਪਾਪੜ ਜਿਹੜਾ ਸ਼ਬਦ ਹੈ ਨਾ, ਪਾਪੜ ਤਾਂ ਬਹੁਤ ਭੁਰਜੇ ਜਾਂਦਾ ਛੇਤੀ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਕੋਈ ਵੱਡਾ ਲੋਹੇ ਦੀ ਮਤਲਬ ਜਿਵੇਂ ਤਵਾ ਹੁੰਦਾ ਨਾ, ਐਦਾਂ ਦੀ ਕੋਈ ਚੀਜ਼ ਨੂੰ ਜਾਂ ਢਾਲਣਾ ਹੋਵੇ, ਇੰਨਾ ਔਖਾ ਕੰਮ ਹੈਗਾ ਗੀਤਕਾਰ ਬਣਨਾ। ਗੀਤ ਲਿਖਣੇ ਸੌਖੇ ਹੈ, ਗੀਤ ਲਿਖਣ ਦਾ ਇੱਕ ਤੁਹਾਨੂੰ ਗੋਡ ਗਿਫਟ ਮਿਲਿਆ ਅਤੇ ਉਹ ਕੁਦਰਤ ਨੇ ਤੁਹਾਨੂੰ ਦਿੱਤਾ, ਤਾਂ ਤੁਸੀਂ ਗੀਤ ਲਿਖਣ ਲੱਗ ਗਏ। ਤਾਂ ਕਿੰਨੇ ਹੀ ਮੇਰੇ ਵਰਗੇ ਐਦਾਂ ਦੇ ਹੋਰ ਲੋਕ ਹੋਣਗੇ ਜਿਹੜਿਆਂ ਨੇ ਸੁਪਨਾ ਦੇਖਿਆ ਤੇ ਸੁਪਨੇ ਨੇ ਉਡਾਰੀਆਂ ਭਰੀਆਂ, ਉਹ ਖੰਭ ਕਟਾ ਕੇ ਡਿੱਗਦਾ ਰਿਹਾ। ਪਾਪੜ ਵੇਲਣ ਵਾਲੀ ਆਧਾਰ ਨੂੰ ਜੇ ਆਪਾਂ ਦੱਸਣਾ ਹੋਵੇ ਤਾਂ ਆਹ ਜਿਹੜੇ ਪਾਪੜਾਂ ਦੀ ਆਪਾਂ ਗੱਲ ਕਰ ਰਹੇ ਹਾਂ, ਕੁਛ ਵੀ ਨਹੀਂ। ਕਈ ਵਾਰੀ ਆਪਾਂ ਆਪਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਜਾਂ ਆਪਦੀ ਉਸ ਤਾਂਘ ਨੂੰ ਅੱਗੇ ਵਧਾਉਣ ਵਾਸਤੇ ਜ਼ਿੰਦਗੀ ਅਤੇ ਮੌਤ ਤੱਕ ਦੇ ਸੌਦੇ ਕਰਨ ਨੂੰ ਮਜਬੂਰ ਹੋ ਜਾਂਦੇ ਹਾਂ। ਪੈਸਾ ਟਕਾ ਆਉਂਦਾ ਜਾਂਦਾ ਰਹਿੰਦਾ। ਸਹੀ। ਅਸੀਂ ਲੁਧਿਆਣੇ ਜਾਣਾ ਆਉਣਾ ਸ਼ੁਰੂ ਕੀਤਾ, ਕਿੰਨਾ ਲੁਧਿਆਣੇ ਗਏ, ਉਹ ਲੁਧਿਆਣਾ ਦੀ ਮੰਡੀ 'ਚ ਜਲੀਲ ਹੋਏ, ਜਲਾਲਤਾਂ ਝੱਲੀਆਂ। ਉਹ ਮੇਰੇ ਸਮਕਾਲੀ ਹੋਰ ਗੀਤਕਾਰਾਂ ਦੇ ਵੀ ਇੱਦਾਂ ਦੀ ਉਦਾਹਰਨ ਆਪਾਂ ਰੋਜ਼ ਹੀ ਇੰਟਰਵਿਊ ਸੁਣਦੇ ਹਾਂ। ਪਰ ਅੱਗੇ ਉਦੋਂ ਗਾਹਾਂ ਕੀ ਹੈ, ਜਨੂੰਨ ਦੀ ਹੱਦ ਕਿੱਥੇ ਤੱਕ ਹੈਗੀ। ਲੁਧਿਆਣੇ ਤੋਂ ਸਾਰਾ ਕੁਝ ਦੇਖ ਦਿਖਾ ਕੇ ਆਏ, ਤਾਂ ਇੱਕ ਦਿਨ ਬੈਠੇ ਕਿ ਯਾਰ ਆਪਾਂ ਸਿੱਧਾ ਕੰਪਨੀ ਤੱਕ ਮਾਰ ਕਰਦੇ ਹਾਂ। ਇਹ ਤਾਂ ਚਲੋ ਠੀਕ ਹੈ, ਕਲਾਕਾਰਾਂ ਕੋਲ ਜਾਂਦੇ ਹਾਂ, ਕਲਾਕਾਰਾਂ ਦੇ ਸੈਕਟਰੀਆਂ ਨੂੰ ਮਿਲਦੇ ਹਾਂ, ਦਫ਼ਤਰੀਆਂ ਨੂੰ ਮਿਲਦੇ ਹਾਂ, ਜਿੰਨੇ ਵੀ ਉਹ ਸਭ ਜਵਾਗੀ ਨੇ ਉਹਨਾਂ ਨੂੰ ਮਿਲਦੇ ਹਾਂ, ਪਰ ਆਪਾਂ ਕੰਪਨੀ ਕੋਲ ਕਿਉਂ ਨਹੀਂ ਜਾਂਦੇ। ਉਹਨਾਂ ਦਿਨਾਂ 'ਚ HMB ਕੰਪਨੀ ਦਾ ਬਹੁਤ ਵੱਡਾ ਨਾਂ ਸੀ। HMB ਕੰਪਨੀ 'ਚ ਰਿਕਾਰਡ ਆਉਂਦੇ ਹੁੰਦੇ। HMB ਕੰਪਨੀ ਦਾ ਸੁਣਿਆ ਸੀ ਇੱਕ ਦਿੱਲੀ ਦਫ਼ਤਰ ਹੈ, ਕਿ ਕੋਈ ਉੱਥੇ ਦਰਿਆਗੰਜ ਦਾ ਏਰੀਆ ਹੈਗਾ, ਉੱਥੇ ਕੋਈ ਸਟੂਡੀਓ ਹੈਗਾ, HMB ਦਾ ਸਟੂਡੀਓ। ਉੱਥੇ ਜਾ ਕੇ ਸਾਰੇ ਕਲਾਕਾਰ ਰਿਕਾਰਡ ਹੁੰਦੇ ਹੈ। ਤਾਂ ਉਹਨਾਂ ਦਿਨਾਂ ਦੇ ਵਿੱਚ ਚਰਨਜੀਤ ਅਹੂਜਾ ਸਾਹਿਬ ਦਾ ਬਹੁਤ ਨਾਂ ਸੀ, ਕਿ ਵੀ ਚਰਨਜੀਤ ਅਹੂਜਾ ਸਾਹਿਬ ਮਿਊਜ਼ਿਕ ਕਰਦੇ ਆ। ਤਾਂ ਸਾਡਾ ਜਿਹੜੀ ਉਡਾਨ ਸੀ ਉਹ ਸਿੱਧੀ ਉਹਨਾਂ ਸਾਰੇ ਸੈਕਟਰੀਆਂ ਵੈਕਟਰੀਆਂ ਨੂੰ ਕੱਟ ਕੇ ਕਿ ਆਪਾਂ ਸਿੱਧੇ ਕੰਪਨੀ ਕੋਲ ਚੱਲਦੇ ਹਾਂ।
ਹੁਣ ਦਿੜਬੇ ਤੋਂ ਜਾਣਾ ਹੈ ਦਿੱਲੀ। ਦਿੜਬੇ ਤੋਂ ਦਿੱਲੀ ਜਾਣ ਦੇ ਦੋ ਹੀ ਰਸਤੇ ਆ, ਜਾਂ ਤਾਂ ਤੁਸੀਂ ਆ ਕੇ ਕੋਈ ਬੱਸ ਫੜੋ, ਗਾਹਾਂ ਬਦਲੋ, ਪਰ ਸਾਡੇ ਨੇੜੇ ਉਧਰੋਂ ਜਾਖਲ ਪੈਂਦਾ, ਤੁਹਾਨੂੰ ਪਤਾ ਹੈ ਜੰਕਸ਼ਨ, ਤੇ ਉੱਥੇ ਜਾਖਲ ਤੋਂ ਇੱਕ ਟ੍ਰੇਨ ਜਾਂਦੀ ਹੈ ਦਿੱਲੀ ਸਿੱਧੀ, ਬਠਿੰਡੇ ਤੋਂ ਆਉਂਦੀ ਹੈ, ਫਿਰੋਜ਼ਪੁਰ ਤੋਂ ਆਉਂਦੀ ਹੈ, ਪਿੱਛੋਂ ਟ੍ਰੇਨ ਆਉਂਦੀ ਹੈ। ਤਾਂ ਕਿਤੋਂ ਪਤਾ ਕਰਵਾਇਆ ਗਿਆ ਕਿ ਇੱਕ ਰਾਤ ਨੂੰ ਟ੍ਰੇਨ ਜਾਂਦੀ ਹੈ ਦਿੱਲੀ, ਸਿਆਲਾਂ ਦੇ ਦਿਨ ਸੀ ਤੇ ਸਰਦੀਆਂ ਦੇ ਜਾਖਲ ਹੋਇਓ ਸਰਦੀਆਂ ਦੇ ਰਾਤ ਦੇ 1:30 ਵਜੇ ਜਾਂਦੀ। ਅੱਛਾ, ਦੂਜੀ ਰਾਤ ਦੇ 1:30 ਵਜੇ ਇੱਕ ਟ੍ਰੇਨ ਜਾਂਦੀ, ਤੇ ਉਹ ਟ੍ਰੇਨ ਦਿੱਲੀ ਜਾਊਗੀ, ਸਵੇਰੇ ਦਿੱਲੀ ਲਾ ਦੂਗੀ। ਆਪਾਂ ਸਟੇਸ਼ਨ ਉਤਰਾਂਗੇ ਤਾਂ ਜਾ ਕੇ ਸੀਸਗੰਜ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ, ਨਾਲੇ ਨਹਾਵਾਂਗੇ, ਇਸ਼ਨਾਨ ਕਰਾਂਗੇ, ਨਾਲੇ ਆਪਣਾ ਲੰਗਰ ਪਾਣੀ ਛਕ ਕੇ ਫਿਰ ਉੱਥੇ ਜਿਵੇਂ ਲੁਧਿਆਣੇ ਦੀਆਂ ਸੜਕਾਂ ਮਾਪੀਆਂ ਨੇ, ਦਿੱਲੀ ਦੀਆਂ ਸੜਕਾਂ ਮਾਪਾਂਗੇ। ਮੈਂ ਤੇ ਜਗਤਾਰ ਉਵੇਂ ਜੁਕ ਰਹੇ ਉਸੇ ਜਨੂਨ ਨੂੰ ਮੁੱਖ ਰੱਖ ਕੇ ਸ਼ਾਮ ਨੂੰ, ਮਤਲਬ ਜਿਹੜੀ ਕਿ ਸਭ ਤੋਂ ਅਗਰ ਅਖੀਰਲੀ ਬੱਸ ਸਾਡੇ ਪਿੰਡੋਂ ਜਾਂਦੀ ਹੋਏਗੀ ਟਹਾਣੇ ਨੂੰ, ਜਾਖਲ ਨੂੰ, ਉਸ ਬੱਸ ਦੇ ਉੱਤੇ ਚੜ੍ਹ ਕੇ ਅਸੀਂ ਉੱਥੇ ਪਹੁੰਚ ਗਏ ਜਾਖਲ। ਕਿਉਂ ਗੱਡੀ ਰਾਤ ਦੇ 1:30 ਵਜੇ ਆਉਣੀ ਸੀ, ਬਹੁਤ ਪਹਿਲਾਂ ਪਹੁੰਚ ਗਏ। ਰੋਟੀਆਂ ਆਪਦੀਆਂ ਪੌਣੇ 'ਚ ਬੰਨ ਲਈਆਂ। ਉੱਥੇ ਜਾ ਕੇ ਜਦੋਂ ਖਾਣ ਦੀ ਲੋੜ ਹੈ, ਚਾਹ ਦਾ ਕੱਪ ਬਣਾਏ 2 ਤਾਂ ਇਕੱਲੇ, ਤੇ ਅਸੀਂ ਟਿਕਟ ਲਈ ਦਿੱਲੀ ਦੀ। ਉਦੋਂ ਅੱਧੇ ਘੰਟੇ ਦੇ ਵਕਫੇ ਨਾਲ 2 ਗੱਡੀਆਂ ਜਾਂਦੀਆਂ ਦਿੱਲੀ ਨੂੰ, ਇੱਕ ਕੋਈ 1:30 ਵਜੇ ਜਾਂਦੀ ਸੀ, ਇੱਕ 2 ਵਜੇ ਜਾਂਦੀ ਸੀ। ਸਾਨੂੰ ਨਹੀਂ ਪਤਾ ਕਿ, ਕਿਉਂਕਿ ਇੰਨਾ ਜਾਣਕਾਰ ਵੀ ਨਹੀਂ ਸੀ, ਪਹਿਲੀ ਵਾਰੀ ਇੱਧਰ ਨੂੰ ਚੱਲੇ ਸੀ ਇਸ ਕੰਮ ਵਾਸਤੇ। ਉਹ ਦਿੱਲੀ ਕਨੀ ਅਸੀਂ ਜਾਂਦੇ ਰਹਿੰਦੇ ਸੀ, ਸੰਤਾਂ ਦਾ ਉੱਧਰ ਡੇਰਾ ਹੈਗਾ ਦਿੱਲੀ ਕੋਲ, ਉੱਥੇ ਜਾਂਦੇ ਰਹੇ ਤਾਂ ਸਿੱਧੀ ਸੰਗਤ ਗਈ, ਸੰਗਤ ਵਾਪਸ ਆ ਗਈ। ਦਿੱਲੀ ਵੀ ਅਸੀਂ ਜਾਂਦੇ ਰਹਿੰਦੇ ਸੀ, ਸਾਡੇ ਦਿੱਲੀ ਵੀ ਸੰਤਾਂ ਦੇ ਡੇਰੇ ਸੀ, ਪਰ ਇਸ ਮਕਸਦ ਨਾਲ ਪਹਿਲੀ ਵਾਰੀ ਉਧਰ ਨੂੰ ਮੂੰਹ ਕਰਿਆ ਸੀ ਇਸ ਉਮਰ 'ਚ ਆ ਕੇ। ਪਹਿਲਾਂ ਮਾਂ ਬਾਪਾਂ ਨਾਲ ਜਾਂਦੇ ਹੋਵਾਂਗੇ, ਉਂਗਲੀ ਫੜ ਕੇ ਲਿਜਾਣ ਵਾਲੇ ਸੀਗੇ, ਤੇ ਉੱਥੇ ਅਸੀਂ 1:30 ਵਜੇ ਦੇ ਹਿਸਾਬ ਨਾਲ ਆਪਣਾ ਗੱਡੀ ਦੀ ਉਡੀਕ ਕਰਨੀ ਸੀ। ਸਟੇਸ਼ਨ 'ਤੇ ਜਿੰਨੇ ਬੈਂਚ ਲੱਗੇ ਹੁੰਦੇ ਨੇ ਸਾਰੇ ਬੈਂਚ ਬੁੱਕ ਸੀਗੇ, ਕੋਈ ਨਾ ਕੋਈ ਸਵਾਰੀ ਪਈ, ਸਮਾਨ ਪਿਆ। ਅਸੀਂ ਐਵੇਂ ਉਹਦੇ ਉੱਤੇ ਪਲੇਟਫਾਰਮ ਦੇ ਉੱਤੇ ਆਪਣਾ ਢਾਸਰਾ ਲਾ ਕੇ ਸੌਂ ਗਏ, ਗੱਲਾਂ ਕਰਦੇ ਰਹੇ। ਤਾਂ ਅੱਖ ਲੱਗ ਗਈ, ਅੱਖ ਮੇਰੀ ਲੱਗੀ, ਜਗਤਾਰ ਦੀ ਲੱਗੀ ਨਹੀਂ ਲੱਗੀ ਮੈਨੂੰ ਨਹੀਂ ਪਤਾ। ਅੱਖ ਲੱਗ ਗਈ ਤਾਂ ਇੱਕ ਟ੍ਰੇਨ ਆਈ, ਪਤਾ ਲੱਗਿਆ ਕਿ ਟ੍ਰੇਨ ਆਈ, ਤਾਂ ਹਫੜਾ ਦਫੜੀ 'ਚ ਉਹ ਟ੍ਰੇਨ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਤਾਂ ਉਹ ਟ੍ਰੇਨ 2 ਮਿੰਟ ਵੀ ਨਹੀਂ ਖੜੀ ਹੋਣੀ, ਅੱਧਾ ਮਿੰਟ ਸਾਨੂੰ ਖੜੇ ਹੋਣ ਨੂੰ ਲੱਗ ਗਿਆ, ਬੈਗ ਬੂਗ ਚੱਕਣ ਨੂੰ ਲੱਗ ਗਿਆ, ਉਹਦਾ ਥੈਲਾ ਜਿਹਾ ਸੀਗਾ, ਅਤੇ ਦੋਨਾਂ ਕੋਲ ਇੱਕ ਅਤੇ ਕੰਬਲ ਜੇ ਮੁੱਕਲ ਜੀ ਮਾਰੀ, ਦੇਸੀ ਕੰਬਲ ਜਿਹੜੇ ਹੁੰਦੇ ਆਪਣੇ, ਤਾਂ ਬਾਲੇ ਭਾਰੇ ਵੀ ਨਹੀਂ ਸੀ। ਭਾਰਾ ਕੰਬਲ ਹੁੰਦਾ ਤਾਂ ਉਸ ਬੰਦੇ ਨੂੰ ਤੰਗ ਵੀ ਕਰਦਾ। ਹਲਕੇ ਜਿਹੇ ਕੰਬਲ ਜਿਹੜੇ ਲੈਣ ਦੇਣ ਵਾਲੇ ਹੁੰਦੇ, ਆਪਾਂ ਕਹਿੰਦੇ ਪੁਰਾਣੇ ਜ਼ਮਾਨੇ ਮਿਲਣੀ ਵਾਲੇ, ਉਹੀ ਕੰਬਲ ਸੀ। ਸੱਚੀ ਮੁੱਚੀ ਮੇਰੇ ਮਿਲਣੀ ਵਾਲੇ ਕੰਬਲ ਸੀ, ਵਿਆਹ 'ਤੇ ਮਿਲੇ ਹੋਏ। ਅਤੇ ਉਹ ਅਸੀਂ ਉਹ ਟ੍ਰੇਨ ਦੇ ਵਿੱਚ ਚੜ੍ਹਨ ਵਾਸਤੇ ਉੱਠੇ, ਭੱਜੇ, ਤਾਂ ਤਾਕੀਆਂ ਸਾਰੀਆਂ ਬੰਦ ਸੀ। ਇੱਕ ਡੱਬਾ ਜਿਹੜਾ ਸਾਡੇ ਕੋਲ ਹੀ ਆ ਕੇ ਖੜਿਆ, ਅਸੀਂ ਉਹ ਗੱਡੀ ਤੁਰ ਪਈ, ਅਸੀਂ ਉਸੇ ਦੀਆਂ ਦੋਨੇ ਤਾਕੀਆਂ 'ਤੇ ਚਿੰਬੜ ਗਏ। ਮੈਂ ਮੂਰਲੀ ਤਾਕੀ 'ਤੇ ਚਿੰਬੜ ਗਿਆ, ਜਿਹਨੂੰ ਆਪਾਂ ਡੰਡੇ ਫੜ ਕੇ, ਅਤੇ ਉਹ ਪਿਛਲੀ ਨੂੰ ਚਿੰਬੜ ਕੇ, ਤਾਕੀਆਂ ਅੰਦਰੋਂ ਬੰਦ ਦੋਨੇ। ਟ੍ਰੇਨ ਚੱਲ ਪਈ, ਸਿਆਲਾਂ ਦੇ ਦਿਨ, ਤਾਂ ਪੂਰੀ ਮਤਲਬ ਸਰਦੀ, ਜਿਹਨੂੰ ਆਪਾਂ ਕੰਬਲ ਲਏ ਹੋਏ। ਥੋੜ੍ਹੀ ਦੂਰ ਜਾ ਕੇ ਗੱਡੀ ਤੇਜ਼ ਹੋ ਗਈ, ਸਾਨੂੰ ਇਹ ਵੀ ਕੋਈ ਡੱਬਾ ਖੋਲ੍ਹ ਦੂਗਾ, ਕੋਈ ਹੋਰ ਕਰ ਦੂ, ਪਰ ਕਿਸੇ ਨੇ ਕੋਈ ਡੱਬਾ ਕਿਹਨੇ ਖੋਲ੍ਹਣਾ ਹੁੰਦਾ, ਕਿਉਂਕਿ ਉਹ ਟ੍ਰੇਨ ਬੁੱਕ ਹੋ ਕੇ ਆਇਆ ਹੋਇਆ ਡੱਬਾ ਸੀ। ਸਾਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਕਿਉਂ ਚੜ੍ਹ ਗਏ। ਗੱਡੀ ਤੇਜ਼ ਹੁੰਦੀ ਗਈ, ਠੰਡ ਸੀਗੀ। ਤਾਂ ਮੈਨੂੰ ਜਗਤਾਰ ਦੀ ਗੱਲ ਅੱਜ ਵੀ ਯਾਦ ਹੈ ਕਿ ਜਰਨੈਲ ਕਾਇਮ ਰਹੀ, ਹੱਥ ਨਾਲ ਮਤਲਬ ਘੁੱਟ ਕੇ ਫੜ ਕੇ ਰੱਖੀ। ਹੁਣ ਠੰਡ ਹੈਗੀ, ਠੰਡ ਦੇ ਵਿੱਚ ਤੁਹਾਡੇ ਹੱਥ ਵੀ ਸੁੰਨ ਹੋਣਗੇ, ਦੰਦ ਵੀ ਠੁਰਕਣ ਲੱਗਣਗੇ। ਉਹ ਜਿਹੜਾ ਕੰਬਲ ਹੈਗੇ ਤੁਹਾਡੇ, ਉਹ ਕੰਬਲ ਵੀ ਮਤਲਬ ਇੱਕ ਤਰ੍ਹਾਂ ਪੂਰਾ ਪਹਿਲਾਂ ਪਾਉਣਗੇ ਮੋਰਾ ਵਾਂਗੂ ਗਲ 'ਚੋਂ ਨਿਕਲ ਕੇ। ਤਾਂ ਉਹ ਸਾਰਾ ਕੁਝ ਵਾਪਰਿਆ। ਮਤਲਬ ਗੱਡੀ ਹੋਰ ਤੇਜ਼ ਹੁੰਦੀ ਗਈ, ਅਖੀਰ ਸਾਹਮਣੇ ਮੌਤ ਦੇਖਣ ਲੱਗ ਗਈ। ਜਨੂਨ ਨੇ ਮਤਲਬ ਮੌਤ ਨੂੰ ਸਾਹਮਣੇ ਦੇਖਣ ਲਾਤਾ ਕਿ ਇਹੋ ਜਿਹੇ ਕਿਹੜੇ ਗੀਤ, ਜਿਹੜੀ ਤੁਸੀਂ ਪਹਿਲਾਂ ਗੱਲ ਕਰੀ ਕਿ ਕਦੇ ਐ ਨਹੀਂ ਲੱਗਿਆ ਛੱਡ ਯਾਰ, ਪਰ ਉੱਥੇ ਉਹ ਸੁਪਨੇ ਨੇ ਇੱਥੇ ਤੱਕ ਲੈ ਆਂਦਾ ਕਿ ਤੁਸੀਂ ਇਹ ਨਹੀਂ ਦੇਖਿਆ ਕਿ ਤਾਕੀ ਖੁੱਲ੍ਹੇ ਅੰਦਰ ਜਾਓ ਤਾਂ ਤੁਸੀਂ ਟ੍ਰੇਨ 'ਤੇ ਜਾਓ। ਠੀਕ ਹੈ, ਦੁਨੀਆ ਜਾਂਦੀ ਹੈ, ਪਰ ਅਸੀਂ ਉਹਨੂੰ ਹੱਥ ਪਾ ਕੇ ਲਮਕ ਗਏ ਸਰਦੀਆਂ ਦੇ ਦਿਨ, ਅਤੇ ਉਹ ਹੱਥ ਸੁੰਨ ਹੋ ਗਏ। ਇੱਥੇ ਤੱਕ ਕਿ ਜਿਹੜਾ ਉਹ ਕੰਬਲ ਸੀਗਾ, ਮੈਨੂੰ ਯਾਦ ਹੈ, ਮੈਂ ਉਹ ਕੰਬਲ ਉੱਡਦੇ ਨੂੰ ਰੋਕਣ ਵਾਸਤੇ, ਕਿਉਂਕਿ ਜੇ ਮੈਂ ਉਹਨੂੰ ਨਾ ਸੰਭਾਲਦਾ ਉਹ ਐਂ ਫਸ ਗਿਆ ਸੀ, ਕਿਤੇ ਮੈਨੂੰ ਡੇਗ ਵੀ ਸਕਦਾ ਸੀ, ਅਤੇ ਉਹ ਕੰਬਲ ਛੱਡਿਆ ਵੀ ਨਹੀਂ ਜਾ ਸਕਦਾ ਸੀ। ਤਾਂ ਇੱਦਾਂ ਦੀ ਕੋਈ ਹਾਲਾਤ ਬਣੇ ਹੋਏ, ਅਤੇ ਪਿੱਛੇ ਉਹ ਪਿਛਲੀ ਤਾਕੀ 'ਤੇ ਉਹ ਮੈਨੂੰ ਹੱਲਾਸ਼ੇਰੀ ਦੇ ਜਾਂਦਾ ਮੇਰਾ ਸਾਥੀ, ਹੱਥ ਸੁੰਨ ਹੋ ਗਏ। ਮਤਲਬ ਮੈਂ ਉਹ ਕੰਬਲ ਨੂੰ ਮੂੰਹ ਨਾਲ ਫੜਿਆ ਵੀ ਉੱਡੇ ਨਾ, ਅਤੇ ਹੱਥ ਨੂੰ ਵਾਰੀ ਮੈਂ ਐਂ ਕਰ ਰਿਹਾ, ਗਰਮਾਇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਸਟੇਜ ਐਂ ਆਈ ਕਿ ਵੀ ਹੁਣ ਡਿੱਗੇ ਵਾਲੀ ਨੌਬਤ ਆਉਣ ਵਾਲੀ ਗੱਲ ਹੋਈ। ਤਾਂ ਜਿਹੜੇ ਉਹ ਖੰਭੇ ਲੱਗੇ ਹੁੰਦੇ ਹੈ ਲੈਣ ਦੇ ਨਾਲ ਕਦੇ ਇਹ ਲੱਗਦਾ ਉਹ ਝੋਲਾ ਜਿਹੜਾ ਟੰਗਿਆ ਹੋਇਆ ਸੀ, ਉਹ ਝੋਲਾ ਉਹਦੇ ਨਾਲ ਖਹਿ ਕੇ ਵੀ ਲੰਘਦਾ, ਕਿਉਂਕਿ ਉਹ ਕਾਫੀ ਆਕਾਰ ਦਾ ਹੁੰਦਾ, ਪਿੰਡਾਂ ਵਾਲੇ ਝੋਲੇ ਫੈਲ ਜੇ ਜਾਂਦੇ ਨੇ। ਤਾਂ ਉਹਦੇ ਕਰਦੇ ਸਾਨੂੰ ਕੋਈ ਪਤਾ ਨਹੀਂ ਕਿ ਹੁਣ ਕੀ ਬਣਨਾ।
ਕੋਈ ਪਤਾ ਨਹੀਂ ਕਿ ਕਿੱਥੇ ਜਾ ਕੇ ਇਹਨੇ ਟ੍ਰੇਨ ਨੇ ਰੁਕਣਾ, ਉਹਦੇ ਬਾਰੇ ਪਤਾ ਹੀ ਨਹੀਂ ਸੀ ਕਿ ਕਿੱਥੇ ਕੀ ਹੋਣਾ। ਤਾਂ ਅੱਗੇ ਜਾ ਕੇ ਹੋਰ ਤੇਜ਼ ਹੋਈ ਗੱਡੀ, ਹੋਰ ਤੇਜ਼ ਹੋਈ। ਬਸ ਇਹ ਮੰਨ ਲਓ ਕਿ ਵੀ ਕੁਦਰਤ ਨੂੰ ਧਿਆਉਣ ਤੋਂ ਇਲਾਵਾ ਕੁਛ ਨਹੀਂ। ਮੈਂ ਸਾਰਾ ਕੁਝ ਛੱਡ ਛਡਾ ਕੇ ਸੱਚੀ ਪਾਠ ਕਰਨਾ ਸ਼ੁਰੂ ਕੀਤਾ ਆਪਦੇ ਮਨ 'ਚ, ਜਿੱਦਾਂ ਦਾ ਔੜਿਆ, ਮਤਲਬ ਜਿਵੇਂ ਡਰਦੀ ਰੱਬ ਰੱਬ ਕਰਦੀ ਵਾਲੀ ਗੱਲ, ਕਿ ਜਿੱਦਾਂ ਦਾ ਵੀ ਔੜਿਆ ਉੱਦਾਂ ਦਾ ਪਾਠ ਕਰਿਆ। ਤਾਂ ਕਰਦੇ 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 ਕਾਫੀ ਟਾਈਮ ਬਾਅਦ ਇਹ ਲੱਗਿਆ ਕਿ ਕੋਈ ਸ਼ਹਿਰ ਆਉਣ ਵਾਲਾ ਅਗਲਾ। ਤਾਂ ਹੁੰਦਾ ਹੈ ਕਿ ਸ਼ਹਿਰ ਆਊਗਾ ਤਾਂ ਗੱਡੀ ਇੱਥੇ ਰੁਕੂਗੀ, ਤਾਂ ਗੱਡੀ ਰੁਕੂਗੀ ਤਾਂ ਆਪਾਂ ਉਤਰ ਜਾਾਂਗੇ, ਵੱਧ ਤੋਂ ਵੱਧ ਇਹ ਜ਼ਿੰਦਗੀ ਤਾਂ ਬਚੀ। ਤਾਂ ਇਹੀ ਸੋਚ ਕੇ ਤੇ ਉਹਨੇ ਫਿਰ ਜਗਤਾਰ ਨੇ ਵੀ ਇਹ ਦੇਖ ਲਿਆ ਹੋਊਗਾ ਕਿ ਲਾਈਟਾਂ ਦਿਖਣ ਲੱਗ ਗਈਆਂ ਸ਼ਹਿਰ ਦੇ, ਕਿਉਂਕਿ ਘਰਾਂ 'ਚ ਵਿਚਾਲ ਦੀ ਟ੍ਰੇਨਾਂ ਲੰਘਦੀਆਂ ਲੈਣ ਗੱਡੀ ਦੀਆਂ। ਤਾਂ ਉਹਨੇ ਕਿਹਾ ਕਿ ਜਰਨੈਲ ਸ਼ਹਿਰ ਆ ਗਿਆ, ਬਸ ਹੁਣ ਥੋੜ੍ਹਾ ਹੋਰ ਹੱਲਾਸ਼ੇਰੀ ਕਾਇਮ ਰਹਿ ਮਾੜਾ ਜਾ। ਸ਼ਹਿਰ ਉੱਥੋਂ ਟਹਾਣੇ ਤੋਂ ਅਗਲਾ, ਮਤਲਬ ਜਿਹੜਾ ਸ਼ਹਿਰ ਆਇਆ ਸੀਗਾ ਜਾਖਲ ਤੋਂ ਟਹਾਣਾ, ਟਹਾਣੇ ਤੋਂ ਨਰਵਾਣਾ, ਟਹਾਣੇ ਤੱਕ ਵੀ ਅਸੀਂ ਕਾਇਮ ਰਹੇ। ਨਰਵਾਣੇ ਉਹ ਗੱਡੀ ਉਸ ਰੂਟ ਤੇ ਗਏ ਸੀ। ਨਰਵਾਣੇ ਅਸੀਂ ਉਤਰੇ। ਤਾਂ ਨਰਵਾਣੇ ਜਦੋਂ ਅਸੀਂ ਉਤਰੇ ਬਿਲਕੁਲ ਸਾਡਾ ਸਰੀਰ ਸੁੰਨ ਹੋਇਆ ਪਿਆ। ਤਾਂ ਉੱਥੇ ਟੀਟੀ ਆਇਆ। ਤਾਂ ਟੀਟੀ ਨੇ ਆ ਕੇ ਸਾਨੂੰ ਦੇਖਿਆ ਵੀ ਹਾਂ ਤੁਸੀਂ ਇੱਧਰ ਕਿੱਥੇ, ਅਸੀਂ ਵੀ ਅਸੀਂ ਕਿਹਾ ਸੀ ਦਿੱਲੀ ਜਾਣਾ ਸੀ। ਉਹਨੇ ਸਾਡੀਆਂ ਟਿਕਟਾਂ ਦੇਖੀਆਂ। ਤਾਂ ਦੇਖਿਆ, ਪਹਿਲੀ ਗੱਲ ਤਾਂ ਅਸੀਂ ਡਿੱਗਣ ਵਾਲੇ ਹੋਏ ਪਏ ਸੀ। ਉਹਨੇ ਪਹਿਲਾਂ ਸਾਨੂੰ ਸੰਭਾਲਿਆ, 2 ਸਵਾਰੀਆਂ ਨੇ ਹੋਰ ਵੀ ਸੰਭਾਲਿਆ ਕਿ ਇੱਦਾਂ ਨਹੀਂ ਕਰੀਦਾ ਹੁੰਦਾ। ਕਿ ਬਾਬੂ ਜੀ ਉਤਰੇ ਤਾਂ ਉਹਨਾਂ ਨੇ ਆ ਕੇ ਕਿਹਾ ਵੀ ਇੱਦਾਂ ਨਹੀਂ ਕਰੀਦਾ ਹੁੰਦਾ, ਤੁਹਾਨੂੰ ਜਦ ਤੱਕ ਹੀ ਨਹੀਂ ਖੁੱਲੀ ਤੁਸੀਂ ਕਿਉਂ ਚੜੇ, ਮਸ਼ਹੂਰ ਮੱਤ ਟਾਈਪ। ਤਾਂ ਉੱਥੇ ਟੀਟੀ ਨੇ ਦੇਖਿਆ ਟਿਕਟਾਂ, ਉਹ ਟਿਕਟਾਂ ਸਾਡੀਆਂ ਉਦੋਂ ਪਿਛਲੀ ਗੱਡੀ ਦੀਆਂ ਸੀ, ਜਿਹਦੇ ਕਿ ਸਾਡਾ ਸਲੀਪਰ ਬੁੱਕ ਸੀਗੇ ਜਿਹੜਾ ਮਿਲਦਾ ਹੁੰਦਾ ਰਾਤ ਦੀ ਗੱਡੀ ਦਾ। ਅਸੀਂ ਪਹਿਲੀ ਗੱਡੀ ਚੜ੍ਹ ਗਏ। ਪਹਿਲੀ ਗੱਡੀ ਕਾਹਲ ਨੇ ਸਾਨੂੰ ਚੜ੍ਹਾਇਆ, ਅਸੀਂ ਦੇਖੀ ਨਹੀਂ ਕੁਛ। ਤਾਂ ਨਰਵਾਣੇ ਅਸੀਂ ਉਤਰੇ। ਤਾਂ ਟੀਟੀ ਨੇ ਕਿਹਾ ਵੀ ਜੇ ਤਾਂ ਤੁਸੀਂ ਹੁਣ ਜਾਣਾ ਦਿੱਲੀ ਤਾਂ ਮੈਂ ਤੁਹਾਡੀ ਟਿਕਟ ਬਦਲ ਸਕਦਾ ਇਸ ਗੱਡੀ ਦੀ। ਤਾਂ ਤੁਹਾਨੂੰ ਨਾਲ ਲੱਗਣਗੇ ਪਤਾ ਨਹੀਂ ਕਿੰਨੇ ਰੁਪਈਏ, 50 ਰੁਪਈਏ ਜਾਂ ਕਿੰਨੇ, ਜਾਂ ਤੁਸੀਂ ਫਿਰ ਇਹ ਗੱਡੀ ਅੱਧੇ ਘੰਟੇ ਬਾਅਦ ਆਉਣੀ ਹੈ ਦੂਜੀ, ਉਸ ਗੱਡੀ 'ਚ ਆਇਓ। ਫਿਰ ਅਸੀਂ ਉੱਥੇ ਉਤਰੇ ਨਰਵਾਣੇ ਉਤਰ ਕੇ ਉਹਦੇ 'ਚ ਅੰਗੀਠੀ ਸੇਕੀ, ਕਰੀ, ਚਾਹ ਚੂਹ ਪੀਤੀ, ਥੋੜ੍ਹਾ ਕਿਵੇਂ ਗੱਡੀ ਆਈ। ਦਿੱਲੀ ਗਏ। ਹੁਣ ਕੋਈ ਪਤਾ ਨਹੀਂ ਕਿੱਥੇ HMV ਦਾ ਸਟੂਡੀਓ ਹੈ, ਕੋਈ ਐਡਰੈਸ ਨਹੀਂ, ਕਿੱਥੇ ਊਜਾ ਸਾਹਿਬ ਨੇ ਕੋਈ ਨੰਬਰ ਨਹੀਂ। ਇੱਕ ਤਾਂ ਹੁੰਦਾ ਕਿ ਤੁਸੀਂ ਕਿਸੇ ਨਾਲ ਟਾਈਮ ਬੰਨ੍ਹ ਕੇ ਗਏ ਹੋ ਕਿ ਫਲਾਣੇ ਟਾਈਮ ਆਪਾਂ ਮਿਲਾਂਗੇ। ਸੀਸਗੰਜ ਗੁਰਦੁਆਰਾ ਸਾਹਿਬ ਗਏ, ਮੱਥਾ ਟੇਕਿਆ। ਚਲੋ ਸਵੇਰੇ ਨਹਾ ਕੇ ਇਸ਼ਨਾਨ ਕਰਕੇ ਛੱਕ ਕੇ ਲੰਗਰ ਪਾਣੀ, ਉੱਥੋਂ ਤੁਰ ਕੇ ਹੀ ਅਸੀਂ ਦਰਿਆਗੰਜ, ਕਾਫੀ ਦੂਰ ਪੈਂਦਾ ਲਾਲ ਕਿਲ੍ਹੇ ਦੇ ਕੋਲ ਦੀ, ਜਾ ਕੇ ਉੱਥੇ ਸਾਰਾ ਕੁਝ ਲਵਾ ਕੇ ਆ ਗਏ। ਕਿਤੇ ਕੋਈ HMV ਨਹੀਂ ਲੱਭੀ। ਲੌਟ ਕੇ ਬੁੱਧੂ ਘਰ ਕੋਏ ਵਾਲੀ ਉਸੇ ਰਾਤ ਵਾਲੀ ਗੱਡੀ ਜਿਹੜੀ ਕਿ ਸਵੇਰ ਜੇ ਨੂੰ ਇੱਥੇ ਆਉਂਦੀ ਹੈ, ਆਪਣੇ ਸੁਨਾਮ ਆ ਕੇ ਤਾਰਦੀ, ਆਪਣੇ ਲੁਧਿਆਣੇ ਜਾਂਦੀ ਇੱਕ ਹੋਰ ਗੱਡੀ, ਉਹ ਗੱਡੀ ਆ ਕੇ ਘਰੇ ਆਏ। ਮਤਲਬ ਖੱਜਲ ਖਵਾਰੀ ਹੋ ਕੇ ਇੱਦਾਂ ਦੀ ਜਿਹੜੀ ਸੁਪਨਾ ਕਹਿ ਸਕਦੇ ਹਾਂ, ਇੱਦਾਂ ਦੇ ਪਾਪੜ ਜਿਹੜੇ ਕਿ ਜ਼ਿੰਦਗੀ ਤੋਂ ਮਹਿੰਗੇ ਪੈ ਸਕਦੇ। ਹੁਣ ਜੇ ਅੱਜ ਉਹ ਗੱਲ ਨੂੰ ਸੋਚੀਏ ਕਿੰਨਾ ਫਰਕ ਸੀਗਾ ਜ਼ਿੰਦਗੀ ਤੇ ਮੌਤ 'ਚ। ਜਰਨੈਲ ਕਮਾਂਡ ਬਣਨਾ, CMC ਬਣਨੀ ਤਾਂ ਬਹੁਤ ਬਾਅਦ ਦੀਆਂ ਗੱਲਾਂ। ਤੇ ਉੱਥੇ ਤਾਂ ਕਦੇ ਵੀ ਹੱਥ ਛੁੱਟ ਸਕਦਾ ਸੀਗਾ, ਮੇਰਾ ਵੀ ਛੁੱਟ ਸਕਦਾ ਸੀ, ਉਹਦਾ ਵੀ ਛੁੱਟ ਸਕਦਾ। ਉਹਦਾ ਹੱਥ ਛੁੱਟ ਜਾਂਦਾ ਤਾਂ ਉਹਦੇ ਪਰਿਵਾਰ ਦਾ ਕਲੰਕ ਜ਼ਿੰਦਗੀ ਭਰ ਦਾ ਕਿ ਗਾਣਿਆਂ ਦੇ ਚੱਕਰਾਂ 'ਚ, ਤੇ ਮੇਰਾ ਛੁੱਟ ਜਾਂਦਾ ਤਾਂ ਮੇਰੇ ਬੱਚੇ ਰੁਲ ਜਾਂਦੇ ਕਿ ਬੱਚੇ ਸੀਗੇ, ਵਿਆਹ ਹੋਇਆ ਸੀਗਾ, ਵਿਆਹ ਉਹਦਾ ਵੀ ਹੋਇਆ ਸੀਗਾ, ਉਹਦੇ ਵੀ 2 ਬੱਚੇ ਸੀਗੇ। ਮਤਲਬ ਇੱਦਾਂ ਦੀ ਜਿਹੜੀ ਮਤਲਬ ਜੱਦੋ ਜਹਿਦ ਕਹਿ ਸਕਦੇ ਹਾਂ, ਬਹੁਤ ਘੱਟ ਕਰਨ ਦੀ ਲੋੜ ਸੀਗੀ, ਪਰ ਕਰਦੇ ਗਏ ਕਿਉਂਕਿ ਜਨੂੰਨ ਵੱਡਾ ਸੀ, ਅੰਦਰ ਅੱਗ ਜ਼ਿਆਦਾ ਲੱਗੀ ਹੋਈ ਸੀ, ਕੁਛ ਨਾ ਕੁਛ ਕਰਨਾ। ਤਾਂ ਮੈਨੂੰ ਜ਼ਿੰਦਗੀ ਜਦੋਂ ਵੀ ਉਹ ਗੱਲ ਆ ਜਾਂਦੀ ਹੈ, ਮੈਨੂੰ ਆਪਦੀ ਮੂਰਖਤਾ ਦੇ ਉੱਤੇ ਗੁੱਸਾ ਵੀ ਆਉਂਦਾ ਅਤੇ ਹਾਸਾ ਵੀ ਇਸ ਗੱਲ 'ਤੇ ਆਉਂਦਾ ਕਿ ਜੇ ਇੰਨੀ ਵੀ ਅਕਲ ਨਹੀਂ ਹੈਗੀ ਕਿ ਜਾਣਾ ਕਿੱਥੇ ਹੈ। ਜੇ ਤੁਹਾਨੂੰ ਜਦੋਂ ਆਪਾਂ ਕਹਿੰਦੇ ਕਿ ਜਾਣਾ ਕਿੱਥੇ ਤਾਂ ਤੁਹਾਨੂੰ ਪਤਾ ਨਹੀਂ, ਫਿਰ ਕਿੱਧਰ ਨੂੰ ਜਾਓਗੇ, ਬਹੁਤ ਦਾ ਥੋੜ੍ਹੀ ਤੁਰ ਜਾਓਗੇ। ਵੀ ਤੁਹਾਨੂੰ ਰਸਤਾ ਪਤਾ ਹੋਣਾ ਚਾਹੀਦਾ, ਮੈਂ ਉੱਥੇ ਜਾਣਾ, ਉੱਥੋਂ ਫਲਾਣਾ ਪਿੰਡ ਆਊਗਾ, ਕਿਸੇ ਨੂੰ ਪੁੱਛ ਲਓ। ਅਸੀਂ ਉਹੀ ਕਿ ਵੀ ਉੱਥੇ ਜੀ HMV ਹੈਗੀ, ਉੱਥੇ ਫਲਾਣਾ ਹੈਗਾ, ਇੱਦਾਂ ਦੀ ਜਿਹੜੀ ਭੱਜ ਨੱਠ ਜ਼ਿੰਦਗੀ ਦੀ ਦੇਖੀ। ਤਾਂ ਉਹ ਅੱਜ ਵੀ ਜਦੋਂ ਮੈਨੂੰ ਗੱਲ ਯਾਦ ਆਉਂਦੀ ਹੈ ਤਾਂ ਮੈਨੂੰ ਲੱਗਦਾ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਕਿਤੇ ਨਾ ਕਿਤੇ ਪਰਮਾਤਮਾ ਵਰਗੀ ਤਾਕਤ ਨੇ ਜਾਂ ਕਾਇਨਾਤ ਵਰਗੀ ਤਾਕਤ ਨੇ, ਕੁਦਰਤ ਵਰਗੀ ਤਾਕਤ ਨੇ ਦੇਖੀਆਂ ਕਿ ਨਹੀਂ ਯਾਰ ਇਹਨੂੰ ਤਾਂ ਦੇਣਾ ਬਣਦਾ। ਕੀ ਕੁਛ ਦਿੱਤਾ ਕੁਦਰਤ ਨੇ ਫਿਰ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਕੁਦਰਤ ਨੇ, ਜੇ ਵੱਡੀ ਗੱਲ ਕਰੀਏ ਤਾਂ ਉਹ ਗੂਠੇ ਲੱਗਣੇ ਹਟੇ ਆੜਤੀਆਂ ਦੇ ਬਈਆਂ ਦੇ ਉੱਤੇ। ਦੂਜੀ ਗੱਲ, ਜਿਹੜੇ ਸੁਪਨੇ ਦੇ ਪਿੱਛੇ ਭੱਜ ਰਹੇ ਸੀਗੇ ਕਿ ਪਾਪੜ ਵੇਲ ਰਹੇ ਸੀਗੇ, ਸੁਪਨਿਆਂ ਦੀ ਮੰਡੀ 'ਚ ਠੋਕਰਾਂ ਖਾ ਰਹੇ ਸੀ ਕਿ ਯਾਰ ਮੇਰਾ ਨਾਂ ਘਮਾਣ ਬਾਬੂ ਸਿੰਘ ਮਾਨ ਵਾਂਗੂ ਆਉਣਾ ਚਾਹੀਦਾ, ਤਾਂ ਉਹ ਕੰਨਾਂ ਦੇ ਵਿੱਚ ਆਇਆ ਘਮਾਣ, ਦੜਬਾ ਜੀ ਘਮਾਣ ਦੜਬੇ ਵਾਲਾ ਹੈ ਨਾ, ਦੜਬੇ ਦੇ ਚੁਗਲ ਹੈ ਨਾ, ਇੱਦਾਂ ਦੀਆਂ ਗੱਲਾਂ। ਇੱਕ ਉਹ ਚੀਜ਼ ਆਈ। ਅਤੇ ਦੂਜਾ ਜੈਲੀ ਜਰਨੈਲ ਜੈਲੀ ਜੈਲਾ ਕਿੰਨੇ ਤਖੱਲਸ ਜੁੜੇ ਨਾਂ ਦੇ ਨਾਲ। ਅਤੇ ਇੱਕ ਜਿਹੜੇ ਪਿੰਡ ਦੇ
ਦੋਸਤ ਮਿੱਤਰ ਕਹਿ ਲਓ ਜਾਂ ਪਿੰਡ ਦੇ ਹੋਰ ਸ਼ਰੀਕ ਕਹਿ ਲਓ ਮਜ਼ਾਕ ਕਰਦੇ ਹੁੰਦੇ ਕਿ ਦੇਵ ਤਰੀਕੇ ਵਾਲਾ ਚੱਲਿਆ, ਬਾਊ ਸਿੰਘ ਮਾਨ ਵਡਾਣਾ ਵਾਲਾ ਚੱਲਿਆ ਬਣਨ। ਤਾਂ ਉਹਨਾਂ ਦੇ ਮੂੰਹ ਬੰਦੀ ਨਹੀਂ ਹੋਏ, ਉਹਨਾਂ ਨੂੰ ਇੱਕ ਜਵਾਬ ਮਿਲਿਆ ਕਿ ਜਦੋਂ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤਾਂ ਉਹਨਾਂ ਦੇ ਪਿੰਡ ਦਿੜਬੇ ਪਿੰਡ ਦਾ ਨਾਂ ਪਹਿਲੀ ਵਾਰੀ ਜਰਨੈਲ ਘਮਾਣ ਦੇ ਨਾਂ ਨਾਲ ਜੁੜਿਆ ਕਿ ਦਿੜਬੇ ਦਾ ਜਰਨੈਲ ਘਮਾਣ। ਦਿੜਬਾ ਪਿੰਡ ਬਹੁਤ ਮਸ਼ਹੂਰ ਹੈ ਦਿੜਬੇ ਦੇ ਪਿੱਪਲ ਦੇ ਨਾਂ 'ਤੇ। ਦਿੜਬੇ ਦੀਆਂ ਹੁਣ ਖੇਡਾਂ ਬਹੁਤ ਮਸ਼ਹੂਰ ਨੇ, ਪਰ ਉਦੋਂ ਪਹਿਲੀ ਵਾਰੀ ਜੇ ਕੋਈ ਮਤਲਬ ਬਾਹਰ ਨਾਂ ਨਿਕਲਿਆ ਸੀ ਦਿੜਬੇ ਦੇ ਪਿੱਪਲ ਤੋਂ ਬਾਅਦ ਤਾਂ ਗੀਤਾਂ ਦੇ ਵਿੱਚ ਦਿੜਬੇ ਦਾ ਨਾਂ ਜਰਨੈਲ ਘਮਾਣ ਕਰਕੇ ਆਉਣ ਲੱਗਿਆ। ਤਾਂ ਉਹ ਚੀਜ਼ ਮਿਲੀ, ਇੱਕ ਸਕੂਨ ਮਿਲਿਆ, ਅਤੇ ਦੂਜਾ ਜ਼ਿੰਦਗੀ ਦਾ ਰੁਤਬਾ ਬਦਲਿਆ। ਅਸਲ 'ਚ ਕੀ ਹੁੰਦਾ ਕਿ ਤੁਸੀਂ ਜੇ ਤੁਹਾਨੂੰ ਇੱਕ ਖਾਨਦਾਨ ਦਾ ਇੱਕ ਬੰਦੇ ਦੀ ਕੁਰਬਾਨੀ ਵੀ ਦੇਣੀ ਪੈ ਜਾਵੇ ਇੱਕ ਜ਼ਿੰਦਗੀ ਦੀ, ਤਾਂ ਮੈਂ ਕਹਿੰਦਾ ਸਸਤੀ ਹੈ। ਮੈਂ ਅੱਜ ਇਸ ਗੱਲ ਨੂੰ ਇਕਬਾਲ ਕਰਦਾ ਕਿ ਮੈਂ ਜੇ ਆਪਣੀ ਖਾਨਦਾਨ ਦਾ ਰੁਤਬਾ ਬਦਲਣ ਵਾਸਤੇ ਇੱਕ ਕੁਰਬਾਨੀ ਵੀ ਦੇਤੀ ਤਾਂ ਵੀ ਸਸਤੀ ਹੈ, ਕਿਉਂਕਿ ਉਦੋਂ ਬਾਅਦ ਮੇਰੇ ਜਿਹੜੇ ਬੱਚੇ ਨੇ ਉਹ ਤੱਪੜਾਂ ਵਾਲੇ ਸਕੂਲ, ਤੱਪੜ ਮਾਰਕਾ ਸਕੂਲਾਂ 'ਚ ਪੜ੍ਹਨ ਦੀ ਬਜਾਏ ਉਹ ਚੰਗੇ ਕੌਨਵੈਂਟ ਸਕੂਲਾਂ 'ਚ ਪੜ੍ਹੇ, ਉਹਨਾਂ ਨੂੰ ਚੰਗੀ ਤਾਲੀਮ ਹਾਸਲ ਹੋਈ। ਜਿਹੜੀਆਂ ਘਾਟਾਂ ਮੈਂ ਆਪਦੀ ਜ਼ਿੰਦਗੀ 'ਚ ਦੇਖੀਆਂ, ਮੈਂ ਨਹੀਂ 10ਵੀਂ ਤੋਂ ਗਾਹਾਂ ਪੜ੍ਹ ਪਾਇਆ, ਮੈਨੂੰ ਲੱਗਦਾ ਸੀ ਅੰਗਰੇਜ਼ੀ 'ਚ ਅਟਕ ਜਾਂਦਾ ਸੀ, ਤਾਂ ਮੈਂ ਆਪਦੇ ਬੱਚਿਆਂ ਤੋਂ ਉਹ ਪੂਰੀਆਂ ਕੀਤੀਆਂ। ਅਤੇ ਸਰਦਾਰਨੀ ਨੂੰ ਮਹਿੰਗਾ ਸੂਟ ਫਿਰ ਕਦੋਂ ਲੈ ਕੇ ਦਿੱਤਾ? ਉਦੋਂ ਬਾਅਦ ਸਰਦਾਰਨੀ ਸੀ ਸਭ ਕੁਛ। ਉਦੋਂ ਬਾਅਦ ਸਰਦਾਰਨੀ ਜਾਣੇ, ਸਰਦਾਰਨੀ ਦਾ ਕੰਮ ਜਾਣੇ, ਆਪਾਂ ਤਾਂ ਲਿਆ ਕੇ ਲਿਫਾਫੇ ਉਹਨੂੰ ਫੜਾਉਂਦੇ ਰਹੇ। ਸਰਦਾਰਨੀ ਨੇ ਮਹਿੰਗਾ ਸੂਟ ਮੇਰਾ ਖਿਆਲ ਅੱਜ ਤੱਕ ਵੀ ਨਹੀਂ ਪਾਇਆ। ਮਤਲਬ ਸਰਦਾਰਨੀ ਦਾ ਸਬਰ ਐਡਾ ਵੱਡਾ ਹੈ, ਸਰਦਾਰਨੀ ਨੇ ਅੱਜ ਤੱਕ ਵੀ ਮਹਿੰਗਾ ਸੂਟ ਨਹੀਂ ਪਾਇਆ, ਕਿਉਂਕਿ ਉਹਦੀ ਇੱਦਾਂ ਦੀ ਤਮੰਨਾ ਹੀ ਨਹੀਂ ਸੀਗੀ। ਉਹਨੇ ਠੀਕ ਹੈ ਸਾਰਾ ਕੁਝ ਦੇਖਿਆ, ਉਹਨੇ ਸਾਰਾ ਕੁਝ ਹੰਢਾਇਆ, ਜੱਦੋ ਜਹਿਦ ਵੀ ਨਾਲ ਨਾਲ ਚੱਲਦੀ ਰਹੀ। ਇੱਕ ਕੀ ਹੁੰਦਾ ਕਿ ਤੁਸੀਂ ਇੱਕ ਵਾਰੀ ਇੱਕ ਮੁਕਾਮ 'ਤੇ ਪਹੁੰਚ ਗਏ, ਸਿਰਫ ਉਦੋਂ ਮੰਨਣਾ ਹੀ ਮੰਨਣਾ, ਪਰ ਇਕੱਲਾ ਮਾਣਿਆ ਨਹੀਂ ਗਿਆ, ਕਿਉਂਕਿ ਉਤਾਰ ਚੜਾਅ ਹੁੰਦੇ ਰਹੇ, ਡਿੱਗਦੇ ਰਹੇ, ਖੜ੍ਹੇ ਹੁੰਦੇ ਰਹੇ। ਫਿਰ ਜਦੋਂ ਤੁਸੀਂ ਡਿੱਗੋਗੇ ਤਾਂ ਖੜ੍ਹਾ ਸਭ ਤੋਂ ਪਹਿਲਾਂ ਤੁਹਾਡਾ ਆਪਦਾ ਘਰ ਦਾ ਹੀ ਬੰਦਾ ਕਰੂਗਾ। ਫਰਕ ਇੰਨਾ ਕੁ ਪੈ ਗਿਆ ਕਿ ਉੱਥੇ ਆਪਣਾ ਕਪਾਹ ਦੀਆਂ ਨਰਮੇ ਦੀਆਂ ਛਟੀਆਂ ਨਾਲ ਹੱਥ ਫੂਕਣ ਦੀ ਬਜਾਏ ਸ਼ਹਿਰ 'ਚ ਆ ਗਏ ਅਤੇ ਉੱਥੇ ਗਰਮ ਪਾਣੀਆਂ ਨਾਲ ਨਹਾਉਣ ਲੱਗ ਗਏ। ਚਲੋ ਹੁਣ AC ਲੱਗ ਗਏ, ਗੱਡੀਆਂ ਆ ਗਈਆਂ, ਫਰਕ ਇੰਨਾ ਕੁ ਪੈ ਗਿਆ। ਪਰ ਜਿਹੜੀ ਉਹ ਉੱਪਰ ਥੱਲੇ ਵਾਲੀ ਗੱਲ ਹੈ ਜ਼ਿੰਦਗੀ ਦੀ, ਉਹ ਤਾਂ ਚੱਲਦੀ ਰਹੀ, ਅੱਜ ਵੀ ਚੱਲ ਰਹੀ ਹੈ। ਜਦੋਂ ਦੇਖੋ ਕਈ ਵਾਰੀ ਡਾਊਨਫਾਲ ਆਇਆ ਤੁਹਾਡੇ, ਹੈ ਨਾ, ਸ਼ੇਅਰ ਮਾਰਕੀਟ ਵਾਂਗੂ ਜ਼ਿੰਦਗੀ ਚੱਲਦੀ ਹੈ, ਸਾਰਿਆਂ ਦੀ ਚੱਲਦੀ ਹੈ, ਅਤੇ ਕਦੇ ਐਂ ਨਹੀਂ ਹੋਇਆ ਤੁਸੀਂ ਕਿਹੜਾ ਸੁਣਦੇ ਹੋ ਕਿਸੇ ਦੀ? ਬਹੁਤ ਵਾਰੀ ਮੈਂ ਸੁਣੀ ਵੀ ਨਹੀਂ। ਅੱਛਾ। ਮਤਲਬ ਬਹੁਤ ਵਾਰੀ ਹੋਇਆ ਮੈਂ ਸੁਣੀ ਵੀ ਨਹੀਂ, ਕਿਉਂਕਿ ਸੁਣੀ ਕਿਉਂ ਨਹੀਂ, ਪਤਾ ਨਹੀਂ ਕਿਉਂ ਨਹੀਂ ਸੁਣੀ। ਮੈਂ ਨਾ ਇੱਕ ਆਪਦੀ ਇੱਕ ਧੁਨ ਜੀ ਚੱਲਣ ਵਾਲਾ ਇਨਸਾਨ ਰਿਹਾ ਜ਼ਿੰਦਗੀ 'ਚ। ਜਿਵੇਂ ਮੈਂ ਪਿਛਲੀ ਕਈ ਵਾਰੀ ਆਪਦੇ ਆਪ ਨੂੰ ਦੇਖਦਾ ਕਿ ਯਾਰ ਫਲਾਣੀ ਜਗ੍ਹਾ ਤੂੰ ਆਹ ਨਾ ਕਰਦਾ ਤਾਂ ਐਂ ਵੀ ਸਰ ਸਕਦਾ ਸੀ। ਉਹ ਇੱਕ ਟੋਕਣ ਵਾਲਾ ਨਹੀਂ ਸੀ ਕੋਈ। ਇਹ ਟੋਕ ਇਹਨੇ ਇੱਕ ਤਾਂ ਪੂਰੀ ਰੁੱਸਣ ਵਾਲੀ ਟੋਕ ਹੋਵੇ ਨਾ, ਜੇ ਧਰਮ ਪਤਨੀ ਜਾਂ ਪਰਿਵਾਰ ਦਾ ਕੋਈ ਮੈਂਬਰ ਇੱਦਾਂ ਦਾ ਹੋਵੇ ਜਿਹੜਾ ਸ਼ਾਮ ਨੂੰ ਪਤਾ ਕਿ ਵੀ ਆਪਾਂ ਅੰਦਰ ਵੜਾਂਗੇ ਤਾਂ ਰੋਟੀ ਨਹੀਂ ਮਿਲਣੀ, ਇੱਦਾਂ ਸੁਭਾਅ ਨਹੀਂ ਸੀ। ਕਿਉਂਕਿ ਇੱਕ ਸੰਸਕਾਰੀ ਖਾਨਦਾਨ, ਜਦੋਂ ਖਾਨਦਾਨੀ ਬੱਚਾ ਆਉਂਦਾ ਤੁਹਾਡੇ ਘਰ ਵਿਆਹਿਆ ਹੋਇਆ, ਜਾਂ ਤੁਹਾਡੀ ਨੂੰਹ ਹੋਵੇ, ਧੀ ਨਾਲ ਜਮਾਈ ਆਵੇ, ਤੁਹਾਡੀ ਆਪਦੀ ਧਰਮ ਪਤਨੀ ਹੋਵੇ, ਸੰਸਕਾਰਾਂ ਦਾ ਬਹੁਤ ਫਰਕ ਪੈਂਦਾ। ਦੂਜੇ ਪਾਸੇ ਜੋ ਉਹਦੀ ਇੱਕ ਚੀਜ਼ ਮੈਨੂੰ ਲੱਗਦੀ ਹੈ ਕਿ ਉਹਨੇ ਟੋਕਿਆ ਕਿਉਂ ਨਹੀਂ, ਕਿਉਂਕਿ ਉਹਨੂੰ ਜੋ ਕੁਛ ਉਹਨੇ ਪਿੱਛੇ ਦੇਖਿਆ ਸੀ ਉਦੋਂ ਨੂੰ ਵਧੀਆ ਮਿਲਿਆ ਸੀ, ਉਦੋਂ ਵਧੀਆ ਮਿਲਿਆ। ਚਲੋ ਉਹ ਸਰਦਾਰਨੀ ਬਣ ਕੇ ਇੰਨੇ ਸਾਲ ਆਪਣਾ ਉਹਨੇ ਰਾਜ ਕੀਤਾ, ਗੱਡੀਆਂ 'ਚ ਘੁੰਮੀ, ਰਿਸ਼ਤੇਦਾਰਾਂ ਦੇ ਵਿੱਚ ਆਪਣੀ ਮਨਮਰਜ਼ੀ ਨਾਲ ਉਹਨੇ ਜੋ ਰਿਸ਼ਤੇਦਾਰੀਆਂ ਪਗਾਉਣੀਆਂ ਸੀ, ਜੋ ਵੀ ਸ਼ਗਨ ਕਰਨੇ ਸੀ, ਕੁਛ ਵੀ ਕਰਨਾ ਸੀ ਕਰਿਆ, ਆਪਦੇ ਬੱਚੇ ਪੜ੍ਹਦੇ ਦੇਖੇ, ਦੁਨੀਆ ਘੁੰਮੀ। ਮੈਨੂੰ ਲੱਗਦਾ ਉਹਦੀ ਇਸ ਗੱਲ ਕਰਕੇ ਵੀ ਮੈਨੂੰ ਮਾफ़ ਕੀਤਾ ਹੋਊਗਾ, ਪਰ ਮੈਂ ਮਲਖਤਾ ਇੰਨੀਆਂ ਕੀਤੀਆਂ ਨੇ ਕਿ ਮੇਰੇ ਮਾਫ਼ ਕਰਨ ਯੋਗ ਨਹੀਂ ਹੈਗੀਆਂ। ਜੇ ਚਾਹੁੰਦੇ ਤਾਂ ਬਹੁਤ ਕੁਝ ਹੋਰ ਵੀ ਹੋ ਸਕਦਾ ਸੀ ਜ਼ਿੰਦਗੀ 'ਚ। ਹੋਇਆ ਕਿਉਂ ਨਹੀਂ? ਕਿਉਂਕਿ ਕਿਤੇ ਨਾ ਕਿਤੇ ਵਪਾਰ ਦਿਮਾਗ 'ਚ ਨਹੀਂ ਸੀਗਾ, ਵਪਾਰੀ ਨਹੀਂ ਸੀਗੇ, ਉਹ ਜੱਟ ਹੀ ਸੀ। ਜੱਟ ਕਈ ਵਾਰੀ ਐਨ ਪੱਕੀ ਹੋਈ ਕਣਕ ਵੇਲੇ ਜਿਹੜਾ ਗੰਡਾਸਾ ਮਾਰਦਾ, ਉਹ ਕੰਮ ਮੇਰੇ ਤੋਂ ਬਹੁਤ ਵਾਰੀ ਹੋਇਆ। ਸਹੀ। ਸੋ ਜੱਟ ਸੌਦਾ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ। ਜ਼ਰੂਰੀ ਨਹੀਂ ਕਿ ਜੱਟ ਕਾਸਟ 'ਚ ਤੁਸੀਂ ਜੰਮੇ ਹੋਏ ਹੋ। ਜਿਹੜਾ ਠਾਹ ਸੋਟਾ ਅਤੇ ਜੱਟ ਸੌਦਾ, ਦੋ ਚੀਜ਼ਾਂ ਸਾਡੇ ਪੰਜਾਬੀ ਹਿੱਸੇ ਆਈਆਂ ਨੇ, ਪੰਜਾਬੀ ਲੋਕਾਂ ਦੇ ਹਿੱਸੇ ਆਈਆਂ। ਸਾਡੇ ਹਿੱਸੇ ਆਏ ਆ ਜਰਨੈਲ ਘਮਾਣ ਦੀ ਜ਼ਿੰਦਗੀ ਦੇ ਕੁਛ ਖਾਸ ਪਲ, ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਉਹਨਾਂ ਦੀ ਕਿਤਾਬ ਨੂੰ ਅਸੀਂ ਬੋਲ ਕੇ ਸਾਂਝੀ ਕਰ ਰਹੇ ਹਾਂ। ਅਤੇ ਬਾਈ ਜੀ ਆਪ ਖੁੱਲ੍ਹੀ ਕਿਤਾਬ ਵਰਗੇ ਆ, ਦੇਖਦੇ ਹਾਂ ਅੱਗੇ ਕਿਹੜਾ ਵਰਕਾ ਖੁੱਲ੍ਹਦਾ। ਜਦੋਂ ਮੈਂ ਪਿੰਡੋਂ ਤੁਰਿਆ ਲੋਕੋ, ਮੈਂ ਸਾਂ ਬਹੁਤ ਨਿਆਣਾ, ਨਾ ਮੈਂ ਗਿਆਨੀ। ਜਦੋਂ ਮੈਂ ਪਿੰਡੋਂ ਤੁਰਿਆ ਲੋਕੋ, ਜੱਗ ਜਾਣਦਾ ਭਰੋਸਾ ਕੀ ਘਮਾਣ ਦਾ, ਬਈ ਜੱਗ ਜਾਣਦਾ ਭਰੋਸਾ ਕੀ ਘਮਾਣ ਦਾ, ਲੁੱਟ ਕੇ ਬਹਾਰ ਕੀ ਕਹੇ ਨੀ ਤੈਨੂੰ ਵੇਚ ਕੇ,
ਵੇਚ ਕੇ ਬਦਾਮ ਛੱਕ ਜਾਣਗੇ, ਪਹਿਲਾਂ ਵਾਲੇ ਯਾਰ ਨਾ ਰਹੇ ਨੀ ਤੈਨੂੰ ਵੇਚ ਕੇ। ਦੋਸਤੋ, ਇਹ ਲਾਈਨਾਂ ਨੇ ਜਨਾਬ ਜਰਨੈਲ ਘੁਮਾਣ ਦਿੜਬਾ ਦੇ ਇੱਕ ਗੀਤ ਦੀਆਂ ਜੋ ਮੇਰੇ ਹਿੱਸੇ ਆਈਆਂ ਗਾਉਣ ਵਾਸਤੇ। ਦਾਸ ਸ਼ਿੰਗਾਰਾ ਚਹਿਲ ਸਾਰੇ ਸਰੋਤੇ ਵੀਰਾਂ ਭੈਣਾਂ ਨੂੰ, ਸਾਰੇ ਪੰਜਾਬੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ। ਸਰਦਾਰ ਜਰਨੈਲ ਘੁਮਾਣ ਜੀ ਨੇ ਬਹੁਤ ਹੀ ਪਿਆਰਾ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਇੱਕ ਲੜੀਵਾਰ ਈ ਬੁੱਕ ਕਹਿ ਲੋ, ਚਾਹੇ ਉਹਨਾਂ ਦੀ ਆਪਣੀ ਕਹਾਣੀ ਕਹਿ ਲੋ, ਕਿਸ਼ਤਵਾਰ ਉਹਨਾਂ ਨੇ ਸ਼ੁਰੂ ਕੀਤੀ ਹੈ। ਤਖੱਲਸ ਘਟ ਜਾਂਦੇ ਨੇ ਪਰ ਜਰਨੈਲ ਘੁਮਾਣ ਦਾ ਘੇਰਾ ਹੋਰ ਵਿਸ਼ਾਲ ਹੁੰਦਾ ਜਾਂਦਾ ਹੈ। ਕੋਈ ਉਸ ਨੂੰ ਕੈਸਟ ਸੰਗਤ ਦਾ ਬਾਦਸ਼ਾਹ, ਕੋਈ ਉਹਨੂੰ ਪੰਜਾਬ ਦਾ ਗੁਲਸ਼ਨ ਕੁਮਾਰ। ਜਦੋਂ ਉਹ ਪਿੰਡੋਂ ਤੁਰਿਆ, ਜਾਂ ਕਿਤਾਬ ਦਾ ਨਾਂ ਜਦੋਂ ਮੈਂ ਪਿੰਡੋਂ ਤੁਰਿਆ, ਤਾਂ ਉਸ ਦੇ ਕਾਫਲੇ ਦੇ ਵਿੱਚ ਪਹਿਲਾ ਮੈਂਬਰ ਦਾਸ, ਮੈਂ ਸ਼ਿੰਗਾਰਾ ਚਹਿਲ, ਉਸੇ ਦਾ ਰਿਸ਼ਤੇਦਾਰ ਸਤਨਾਮ ਸਿੱਧੂ, ਗੁਰਜੰਟ ਘੁਮਾਣ। ਅਸੀਂ ਇਸ ਕਾਫਲੇ ਦੀ ਸ਼ੁਰੂਆਤ ਕੀਤੀ। ਹਰਮੇਸ਼ ਮੇਸ਼ੀ ਦਾ ਬਕਾਇਦਾ ਹੱਥ ਉਹਦੇ ਵਿੱਚ ਸ਼ਾਮਲ ਰਿਹਾ। ਇਹ ਛੋਟਾ ਜਿਹਾ ਕਾਫਲਾ ਇੱਕ ਦਿਨ ਐਡਾ ਵੱਡਾ ਕਾਫਲਾ ਬਣ ਗਿਆ, ਜਿਸ ਦੇ ਨਾਲ ਜਿੱਥੋਂ ਜਿੱਥੋਂ ਦੀ ਵੀ ਜਾਂਦਾ ਉਹਦੇ ਨਾਲ ਮੁਸਾਫਰ ਲੜਦੇ ਰਹੇ। ਇਹ ਕਾਫਲਾ ਮਹਾ ਕਾਫਲਾ ਬਣ ਗਿਆ। ਇਸ ਦੇ ਵਿੱਚ ਭੈਣ ਸੁਖਵਿੰਦਰ ਕੌਰ ਦਾ ਚੱਕਲਾ ਵੇਲਣਾ ਨਾਲ ਹੀ ਚੱਲਦਾ ਰਿਹਾ। ਘੁਮਾਣ ਨੂੰ ਖੁਦ ਉੱਪਰ ਇੰਨਾ ਯਕੀਨ ਰਿਹਾ ਕਿ ਉਸਨੇ ਕੰਪਨੀ ਚਲਾਉਣ ਵਾਸਤੇ ਕਿਸ਼ਤਾਂ ਤੇ ਲਿਆ ਹੋਇਆ ਟਰੈਕਟਰ ਹੀ ਵੇਚ ਕੱਢ ਮਾਰਿਆ। ਐਡਾ ਵੱਡਾ ਰਿਸਕ ਲਿਆ ਉਹਨੇ। ਉਸ ਦੀਆਂ ਮੁੱਢਲੀਆਂ ਪ੍ਰਾਪਤੀਆਂ ਤਹਿਸੀਲ ਸੁਨਾਮ ਨਾਲ ਸੰਬੰਧਿਤ ਰਹੀਆਂ। ਕਮਾਲ ਦੀ ਗੱਲ ਦੇ ਵਿੱਚ ਇਹ ਰਿਹਾ, ਅੱਜ ਦੇ ਸੀਐਮ ਭਗਵੰਤ ਮਾਨ ਸਾਹਿਬ ਦਾ ਪਿੰਡ ਸਤੌਜ ਵੀ ਤਹਿਸੀਲ ਸੁਨਾਮ ਦੇ ਵਿੱਚ ਹੈ। ਐਕਟਿੰਗ ਦਾ ਬਾਦਸ਼ਾਹ ਕਮੇਡੀਅਨ ਕਰਮਜੀਤ ਅਨਮੋਲ, ਉਹਦਾ ਪਿੰਡ ਗੰਡੂਆਂ, ਉਹ ਵੀ ਤਹਿਸੀਲ ਸੁਨਾਮ ਦੇ ਵਿੱਚ ਹੈ। ਤੇ ਖੁਦ ਜਰਨੈਲ ਘੁਮਾਣ ਦਾ ਪਿੰਡ ਦਿੜਬਾ ਵੀ ਤਹਿਸੀਲ ਸੁਨਾਮ ਨਾਲ ਸੰਬੰਧਿਤ ਹੈ। ਸੋ ਉਸ ਵੇਲੇ ਅਸੀਂ 4 ਕੁ ਬੰਦੇ ਬੜੇ ਪ੍ਰਸਿੱਧ ਹੋਏ ਤਹਿਸੀਲ ਸੁਨਾਮ ਦੇ ਵਿੱਚੋਂ। ਤੇ ਉਸ ਦੀ ਇਹ ਕਿਤਾਬ ਜੋ ਬੜੀ ਹਰਮਨ ਪਿਆਰੀ ਹੋ ਰਹੀ ਹੈ, ਇਹਦੀਆਂ 3-4 ਕਿਸ਼ਤਾਂ ਹਜੇ ਚੱਲੀਆਂ ਨੇ। ਉਸ ਦੇ ਵਿੱਚ ਬਾਖੂਬੀ ਨਾਲ ਉਹਨੇ ਆਪਣਾ ਬਿਰਤਾਂਤ ਲਿਖਿਆ। ਜਿੱਥੇ ਕਿਤੇ ਲੋੜ ਪਈ ਉੱਥੇ ਨਾਲ ਤੁਰੇ ਦੇ ਸਾਥੀਆਂ ਦਾ ਉਹਨੇ ਇਮਾਨਦਾਰ ਢੰਗ ਨਾਲ ਫਿਲਮਾਂਕਣ ਵੀ ਕਰਵਾਇਆ। ਜਿੰਨੀਆਂ ਉੱਚੀਆਂ ਨੀਵੀਆਂ ਥਾਵਾਂ ਦੀ ਉਚਾਣ ਨਿਵਾਣ ਜਰਨੈਲ ਘੁਮਾਣ ਨੇ ਦੇਖੀ ਹੈ, ਸ਼ਾਇਦ ਮੇਰੇ ਵਰਗਾ ਕੋਈ ਹੋਰ ਬੰਦਾ ਹੁੰਦਾ ਤਾਂ ਜ਼ਰੂਰ ਫਸ ਜਾਂਦਾ। ਤੇ ਉਸ ਤੋਂ ਬਾਅਦ 500 ਦੇ ਕਰੀਬ ਕੈਸਟਾਂ ਇਸ ਮਾਰਕੇ ਦੇ ਵਿੱਚ ਨਿਕਲੀਆਂ, ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪੇਸ਼ਕਾਰੀ ਦੇ ਰੂਪ ਦੇ ਵਿੱਚ ਰਿਕਾਰਡ ਹੈ। ਮੇਰੇ ਯਾਦ ਹੈ ਟੀ ਸੀਰੀਜ਼ ਵਰਗੀ ਕੰਪਨੀ ਇਹ ਕਹਿੰਦੀ ਸੁਣੀ ਹੈ ਮੈਂ ਵੀ ਸੀਐਮਸੀ ਦੇ ਵਿੱਚ ਕੋਈ ਗੀਤ ਜਾਂ ਕੋਈ कैसेट तो रिलीज तो नहीं हो रही, अगर रिलीज हो रही है तो हमारी कैसेट को रोक लो। ਇਹ ਸੀਗੀ ਉਸ ਵੇਲੇ ਦੀ ਘੁਮਾਣ ਸਾਹਿਬ ਦੀ ਦਬਦਬੇ ਦੀ ਉਦਾਹਰਨ। ਸੋ ਇਹ ਸਾਰੀ ਗੱਲ 35 ਕਿਸ਼ਤਾਂ ਦੇ ਵਿੱਚ ਉਹਨਾਂ ਨੇ ਪੂਰੀ ਕੀਤੀ ਹੈ। ਮੇਰੇ ਕੋਲੇ ਕਹਿਣ ਨੂੰ ਤਾਂ ਮੈਂ ਸਾਰਾ ਕੁਝ ਵੀ ਬਿਆਨ ਕਰ ਸਕਦਾ, ਕਿਉਂਕਿ 1986 ਤੋਂ ਲੈ ਕੇ ਅੱਜ 2022 ਤੱਕ ਅਸੀਂ ਕਿਤੇ ਵੀ ਐਬਸੈਂਟ ਨਹੀਂ ਆ ਇੱਕ ਦੂਜੇ ਦੀ ਜ਼ਿੰਦਗੀ ਚੋਂ। ਤੇ ਇਹਦੇ ਨਾਲ ਮੈਂ ਕਾਮਨਾ ਕਰਦਾ ਵੀ ਤੰਦਰੁਸਤੀ ਉਹਦਾ ਸਾਥ ਨਾ ਛੱਡੇ, ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਰਹੇ। ਮੇਰੀ ਵਾਹਿਗੁਰੂ ਅੱਗੇ ਬੇਨਤੀ ਹੈ, ਦੁਆ ਹੈ, ਘੁਮਾਣ ਸਾਹਿਬ ਦੇ ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ। ऐना सौखा नहीं हसन वीर, जो चाहे ओ मिल जावे।
ਮਿਹਨਤ ਅਤੇ ਮੁਕੱਦਰਾਂ ਕਰਕੇ ਸਮਝ ਮੰਜ਼ਿਲ ਦੀ ਆਵੇ ਮਿਹਨਤ ਅਤੇ ਮੁਕੱਦਰਾਂ ਕਰਕੇ ਸਮਝ ਮੰਜ਼ਿਲ ਦੀ ਆਵੇ ਮ੍ਰਿਗ ਤ੍ਰਿਸ਼ਨਾ ਰਹੇ ਦੜਾਉਂਦੀ ਡਾਡਿਆਂ ਤਾਈਂ ਘੁਮਾਣਾ ਜਦੋਂ ਮੈਂ ਪਿੰਡੋਂ ਤੁਰਿਆ ਲੋਕੋ ਮੈਂ ਸਾਂ ਬਹੁਤ ਨਿਆਣਾ ਨਾ ਮੈਂ ਗਿਆਨੀ ਨਾ ਮੈਂ ਧਿਆਨੀ ਨਾ ਮੈਂ ਬਹੁਤ ਸਿਆਣਾ ਜਦੋਂ ਮੈਂ ਪਿੰਡੋਂ ਤੁਰਿਆ ਲੋਕੋ ਮੈਂ ਸਾਂ ਬਹੁਤ ਨਿਆਣਾ